वाहिगुरु जी का खालसा वाहिगुरु जी की फतेह। धन सतगुरु गुरु ग्रंथ साहिब जी कृपा सदका जो विशेष ऑनलाइन गुरमत क्लासां चल रही हैं। आप जी इन्हां क्लासां दे विच हर रोज़ जुड़ के लाहा प्राप्त करते हो। सतगुरां दे उपदेश नूं सरवण करते हो। सिੱਖੀ ਨੂੰ ਕਮਾਉਣ ਦੀ ਘਾਲਣਾ ਘਾਲਦੇ ਹੋ। जो गुरसिੱਖੀ बारीक है खंडे धार गली अत भीड़ी। उस गुरसिੱਖੀ ਨੂੰ वाच के उस रस्ते ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ जिस रस्ते ਦੇ ਉੱਤੇ ਚੱਲਣ ਲਈ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਇਸੇ ਹੀ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਦਿਨਾਂ ਤੋਂ ਆਪਾਂ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਜਿਹੜੀ ਹੈ ਉਹ ਆਰੰਭ ਕੀਤੀ ਸੀ ਤੇ ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਹਨੂੰ ਸਿੱਖਾਂ ਦੀ ਭਗਤਮਾਲਾ ਕਿਹਾ ਜਾਂਦਾ ਹੈ। ਇਸ ਵਿੱਚ ਭਾਈ ਮਨੀ ਸਿੰਘ ਜੀ ਨੇ ਸਾਰੇ ਸਿੱਖ ਜੋ 11ਵੀਂ ਵਾਰ ਦੇ ਹਨ ਉਹਨਾਂ ਦੇ ਬਾਰੇ ਵਿਸ਼ੇਸ਼ ਚਰਚਾ ਕਿ ਕਿਵੇਂ ਉਹ ਸਤਿਗੁਰਾਂ ਦੇ ਪਾਸ ਆਉਂਦੇ ਆ ਤੇ ਆਪਣਾ ਸਵਾਲ ਸਤਿਗੁਰਾਂ ਨੂੰ ਦੱਸਦੇ ਆ ਤੇ ਸਤਿਗੁਰੂ ਉਸ ਸਵਾਲ ਨੂੰ ਉੱਤਰ ਰੂਪ ਦੇ ਵਿੱਚ ਸਮਝਾ ਕੇ ਉਦਾਹਰਨਾਂ ਸਹਿਤ ਬਹੁਤ ਹੀ ਸੁੰਦਰ ਤੇ ਸੁਖੈਨ ਢੰਗ ਦੇ ਨਾਲ ਸੁਣਾ ਕੇ ਸਿੱਖਾਂ ਦੇ ਜੀਵਨ ਨੂੰ ਉੱਚਾ ਚੁੱਕਣ ਦਾ ਕੋਸ਼ਿਸ਼ ਕਰਦੇ ਆ ਤੇ ਸਿੱਖ ਇਸ ਦੇ ਵਿੱਚ ਕਾਮਯਾਬ ਵੀ ਹੁੰਦੇ ਆ। ਸੋ ਜਿੱਥੇ ਇਹ ਸਾਖੀਆਂ ਇਹ ਸਵਾਲ ਜਵਾਬ ਸਤਿਗੁਰਾਂ ਨੂੰ ਸਿੱਖ ਕਰ ਰਹੇ ਆ ਉੱਥੇ ਸਾਡੇ ਵੀ ਮਨਾਂ ਦੇ ਵਿੱਚ ਬੜੇ ਸਵਾਲ ਹੁੰਦੇ ਆ ਜੋ ਅਸੀਂ ਵਾਰ-ਵਾਰ ਕਹਿੰਦੇ ਆ ਕਿ ਸਵਾਲ ਦਾ ਜਵਾਬ ਮੇਰੇ ਕੋਲ ਹੋਵੇ। ਸੋ ਆਪਾਂ ਨੂੰ ਇਹ ਬਹੁਤ ਵਧੀਆ ਸਮਾਂ ਤੇ ਬਹੁਤ ਵਧੀਆ ਮੌਕਾ ਮਿਲਿਆ ਹੈ ਕਿ ਜਿੱਥੇ ਅਸੀਂ ਇਹ ਸਾਖੀਆਂ ਆਪ ਜੀ ਸਰਵਣ ਕਰਦੇ ਹੋ ਉੱਥੇ ਨਾਲ ਹੀ ਉਹਨਾਂ ਸਵਾਲਾਂ ਦੇ ਜਵਾਬ ਵੀ ਆਪ ਜੀ ਨੂੰ ਪਤਾ ਲੱਗਦੇ ਹਨ ਜੋ ਵਾਰ-ਵਾਰ ਸਾਡੀ ਜੀਵਨ ਦੇ ਵਿੱਚ ਘੁੰਮਦੇ ਆ, ਜਿਨ੍ਹਾਂ ਨੂੰ ਸਵਾਲਾਂ ਨੂੰ ਅਸੀਂ ਵਿਚਾਰ ਕੇ ਉਹਨਾਂ ਦੇ ਉੱਤਰ ਲੈ ਕੇ ਆਪਣੇ ਜੀਵਨ ਨੂੰ ਚੰਗਾ ਤੇ ਸੁਚੱਜਾ ਜਿਹੜਾ ਬਣਾ ਸਕਦੇ ਹਾਂ। ਸੋ ਸਾਧ ਸੰਗਤ ਜੀ ਆਪਾਂ ਹੁਣ ਤੱਕ 19 ਪੌੜੀਆਂ ਜਿਹੜੀਆਂ ਉਹ ਵਿਚਾਰ ਚੁੱਕੇ ਹਾਂ ਤੇ ਅੱਜ ਆਪਾਂ ਜਿਹੜੀ 20ਵੀਂ ਪੌੜੀ ਹੈ 11ਵੀਂ ਵਾਰ ਦੀ ਉਹਨੂੰ ਵਿਚਾਰਨਾ ਹੈ। ਜਿਨ੍ਹਾਂ ਜਿਨ੍ਹਾਂ ਸਿੱਖਾਂ ਦਾ ਨਾਮ ਆਇਆ ਹੈ ਉਹ ਕਿਵੇਂ ਸਤਿਗੁਰਾਂ ਦੇ ਕੋਲ ਆਉਂਦੇ ਆ, ਕੀ ਸਵਾਲ ਜਵਾਬ ਹੁੰਦੇ ਆ, ਉਹ ਆਪਾਂ ਅੱਜ ਦੀ ਇਸ 20ਵੀਂ ਪੌੜੀ 'ਚ ਵਿਚਾਰਨਾ ਹੈ। ਸੋ ਜੁੜ ਚੁੱਕੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ। ਸਭ ਤੋਂ ਪਹਿਲਾਂ ਦਾਸ ਆਪ ਜੀ ਦੀ ਸਕਰੀਨ ਉੱਤੇ ਉਹ ਪੌੜੀ ਜੋ ਅੱਜ ਚੱਲਣੀ ਹੈ ਉਹ ਆਪ ਜੀ ਦੀ ਸਕਰੀਨ ਤੇ ਚਲਾ ਦੇਵੇ ਤਾਂ ਕਿ ਆਪ ਜੀ ਵਿਸ਼ੇ ਨਾਲ ਤੇ ਇਸ ਪੌੜੀ ਨੂੰ ਪੜ੍ਹ ਕੇ ਮੇਨ ਜੋ ਸ਼ਬਦ ਹਨ ਉਹਨਾਂ ਨੂੰ ਪੜ੍ਹ ਸਕੋ, ਕਿਹੜੇ ਕਿਹੜੇ ਸਿੱਖਾਂ ਦੇ ਨਾਮ ਆਏ ਹਨ ਸਾਨੂੰ ਪਤਾ ਲੱਗ ਸਕੇ। ਸੋ 20ਵੀਂ ਪੌੜੀ ਆਪ ਜੀ ਦੀ ਸਕਰੀਨ ਉੱਤੇ ਹੈ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ। ਸਿੱਖਾਂ ਦਾ ਨਾਮ ਹੈ, ਪੰਜਵੇਂ ਪਾਤਸ਼ਾਹ ਦੇ ਸਿੱਖ ਹਨ ਸਾਰੇ। ਭਾਈ ਗੁਰਦਾਸ ਜੀ ਕਹਿੰਦੇ ਆ ਜੱਟੂ ਭਾਨੂ ਤੀਰਥਾ ਚਾਏ ਚਾਈਲੇ ਚੱਡੇ ਚਾਰੇ ਸਣੇ ਨਿਹਾਲੇ ਜਾਨੀਅਨ ਸਨਮੁਖ ਸੇਵਕ ਗੁਰੂ ਪਿਆਰੇ ਸੇਖੜ ਸਾਧ ਵਖਾਣੀਆ ਹੈ ਨਾਊ ਭੁੱਲੂ ਸਿੱਖ ਸੁਚਾਰੇ ਜੱਟੂ ਭੀਵਾ ਜਾਨੀਅਨ ਮਹਾਂਪੁਰਖ ਮੂਲਾ ਪਰਵਾਰੇ ਚਤੁਰ ਦਾਸ ਮੂਲਾ ਕੂਪਰ ਹਾੜੂ ਗਾੜੂ ਵਿਜ ਵਿਚਾਰੇ ਫਿਰਨਾ ਬਹਿਲ ਵਖਾਣੀਐ ਜੇਠਾ ਚੰਗਾ ਕੁਲ ਨਿਸਤਾਰੇ ਵਿਸਾ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ ਵੱਡਾ ਭਗਤ ਹੈ ਭਾਈ ਅੜਾ ਗੋਇੰਦ ਘੇਈ ਗੁਰੂ ਦੁਆਰੇ
सतगुरु पूरे पार उतारे। सतगुरु पूरे पार उतारे। सो इन्हां सारियां सिखां नूं पूरे सतगुरु गुरु अर्जन देव महाराज सच्चे पातशाह जी ने पार उतारिया है। इन्हां दी कल्याण जिहड़ी आ कीती है। सो पहली पंक्ति दे विच जिहड़े सिख हन, जट्टू भानू तीरथा ਅਤੇ ਨਿਹਾਲੇ ਸਣੇ ਚਾਰੇ, ਇਹ ਜਾਤ ਦੇ ਚੱਡੇ ਹਨ, ਵੱਡੇ ਪ੍ਰੇਮੀ ਹੋਏ ਸਤਿਗੁਰਾਂ ਦੇ ਤੇ ਸਤਿਗੁਰਾਂ ਦੇ ਸਨਮੁਖ ਰਹਿਣ ਵਾਲੇ ਤੇ ਸੇਵਕ ਪਿਆਰੇ ਸਿੱਖ ਹੋਏ ਹਨ। ਫਿਰ ਨਾਊ ਤੇ ਭੁੱਲੂ ਇਹ ਸੇਖੜ ਜਾਤੀ ਦੇ ਸਾਧੂ ਸਿੱਖ ਹਨ, ਚੰਗੇ ਆਚਾਰਾਂ ਵਾਲੇ ਹਨ। ਫਿਰ ਜੱਟੂ ਜਾਤ ਦਾ ਭੀਵਾ ਸੀ ਤੇ ਮੂਲਾ ਮਹਾਂਪੁਰਖ ਪਰਿਵਾਰ ਸੀ। ਸਣੇ ਪਰਿਵਾਰੇ ਦਾ ਕਲਿਆਣ ਹੋਇਆ, ਮਹਾਂਪੁਰਖ ਮੂਲਾ ਪਰਿਵਾਰੇ। ਚਤੁਰਦਾਸ ਮੂਲਾ, ਫਿਰ ਕੂਪਰ ਵਾਹਿਗੁਰੂ ਕਪੂਰ, ਫਿਰ ਹਾੜੂ ਤੇ ਗਾੜੂ ਇਹ ਸਤਿਗੁਰਾਂ ਦੇ ਸਨਮੁਖ ਹੋਏ ਵਿੱਜ ਜਾਤ ਦੇ। ਫਿਰਨਾ ਇਹਨੂੰ ਜਿਹੜੀ ਅੱਲ ਹੈ ਇਹਨਾਂ ਦੀ ਬਹਿਲ, ਫਿਰਨਾ ਬਹਿਲ। ਜੇਠਾ ਚੰਗਾ ਕੁਲ ਨਿਸਤਾਰੇ, ਚੰਗਾ ਕੁਲ ਤਾਰੂ ਹੋਇਆ ਸਤਿਗੁਰਾਂ ਦਾ ਉਪਦੇਸ਼ ਸੁਣ ਕੇ। ਫਿਰ ਵਿਸਾ ਗੋਪੀ ਤੇ ਤੁਲਸੀਆ ਇਹ ਸਾਰੇ ਭਾਰਦੁਆਜੀ ਜਾਤ ਦੇ ਸਨਮੁਖ ਬ੍ਰਾਹਮਣ ਸਨ। ਇਹ ਸਾਰੇ ਭਾਰਦੁਆਜੀ ਜਾਤ ਦੇ, ਵਿਸਾ ਗੋਪੀ ਤੇ ਤੁਲਸੀਆ। ਫਿਰ ਭਾਈਆ ਤੇ ਗੋਇੰਦਾ ਘੇਈ ਜਾਤ ਦੇ ਗੁਰੂਦੁਆਰੇ ਦੇ ਵੱਡੇ ਭਗਤ ਸਨ। ਇਹ ਵੱਡਾ ਭਗਤ ਹੈ ਭਾਈ ਜਿਹੜਾ ਗੋਇੰਦ ਘੇਈ ਗੁਰੂਦੁਆਰੇ। ਪੂਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਸਾਰਿਆਂ ਦੀ ਕਲਿਆਣ ਕੀਤੀ ਹੈ। ਕਿਵੇਂ ਇਹ ਸਤਿਗੁਰਾਂ ਦੇ ਹਜ਼ੂਰ ਆਉਂਦੇ ਆ, ਕੀ ਸਵਾਲ ਕਰਦੇ ਆ, ਕਿਵੇਂ ਇਹਨਾਂ ਦੀ ਕਲਿਆਣ ਹੁੰਦੀ ਹੈ, ਇਹ ਸਾਧ ਸੰਗਤ ਜੀ ਅੱਜ ਆਪਾਂ ਜਿਹੜਾ ਹੈ ਉਹ ਵਿਚਾਰਨਾ ਹੈ ਕਿ ਕਿਵੇਂ ਸਤਿਗੁਰਾਂ ਦੇ ਹਜ਼ੂਰ ਆਉਂਦੇ ਆ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਕੀ ਉਪਦੇਸ਼ ਦਿੰਦੇ ਆ। ਸੋ ਆਪਾਂ ਇਹ ਅੱਜ ਜਿਹੜੀ ਹੈ ਗੱਲਬਾਤ ਇਸ 20ਵੀਂ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਆਰੰਭ ਕਰਨੀ ਹੈ। ਸੋ ਸਤਿਗੁਰਾਂ ਦੇ ਹਜ਼ੂਰ ਸਭ ਤੋਂ ਪਹਿਲੇ ਸਿੱਖ ਇਸ ਪੌੜੀ ਦੇ ਭਾਈ ਜੱਟੂ, ਭਾਈ ਭਾਨੂ, ਭਾਈ ਤੀਰਥਾ ਤੇ ਭਾਈ ਨਿਹਾਲੂ। ਇਹ ਚਾਰੇ ਜਾਣੇ ਜਾਤ ਦੇ ਚੱਡੇ ਹਨ, ਭਾਵ ਇਹਨਾਂ ਦੀ ਜਿਹੜੀ ਕੁੱਲ ਜਾਤ ਹੈ ਉਹ ਚੱਡਾ ਹੈ। ਸਤਿਗੁਰਾਂ ਦੇ ਹਜ਼ੂਰ ਆਏ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ, ਅਰਦਾਸ ਕੀਤੀ ਆਣ ਕੇ ਕਿ ਪਾਤਸ਼ਾਹ ਮਨ 'ਚ ਸਵਾਲ ਹੈ ਇੱਕ ਗਰੀਬ ਨਿਵਾਜ। ਇਹ ਆਪ ਜੀ ਦਾ ਬਚਨ ਹੈ, ਗੁਰਬਾਣੀ ਦਾ ਬਚਨ ਹੈ ਕਿ ਮਾਰੈ ਰਾਖੈ ਇੱਕੋ ਆਪ, ਮਾਨੁਖ ਕੈ ਇਸ਼ਨਾਹੀ ਹਾਥ। ਕਹਿੰਦੇ ਸਤਿਗੁਰ ਕਹਿੰਦੇ ਹਾਂ ਹੈ ਬਚਨ। ਕਹਿੰਦੇ ਇੱਕ ਜਗ੍ਹਾ ਹੋਰ ਬਚਨ ਹੈ ਪਾਤਸ਼ਾਹ, ਉਹ ਬਚਨ ਹੈ ਜੈਸਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਜਾਂ ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ, ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ। ਪਾਤਸ਼ਾਹ ਗੱਲ ਸਮਝ 'ਚ ਨਹੀਂ ਆਈ ਕਿ ਜੇ ਉਹ ਮਾਰਨ ਵਾਲਾ ਤੇ ਰੱਖਣ ਵਾਲਾ ਪਰਮੇਸ਼ਵਰ ਆਪ ਹੈ ਤੇ ਫਿਰ ਕਰਮਾਂ ਦੀ ਵਿਚਾਰ ਕਾਹਦੀ। ਸਾਡੇ ਮਨ 'ਚ ਵੀ ਹੈ ਨਾ ਕਿ ਜੇ ਉਹ ਕਰਨ ਕਰਾਉਣ ਵਾਲਾ ਆਪ ਹੈ ਤੇ ਫਿਰ ਕਰਮਾਂ ਦੀ ਵਿਚਾਰ ਕਾਹਦੇ ਵਾਸਤੇ, ਕਿਉਂ ਫਿਰ ਕਰਮ ਬਣਾਏ। ਨਾਲੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਰਮਾਂ ਦੀ ਵਿਚਾਰ ਹੋਵੇਗੀ, ਇੱਕ ਪਾਸੇ ਆਪ ਹੀ ਕਹਿ ਰਹੇ ਹੋ ਕਿ ਮਾਰੇ ਰਾਖੇ ਇੱਕੋ ਆਪ। ਇਹਦਾ ਕੀ ਭਾਵ ਹੈ। ਬੜਾ ਸੁੰਦਰ ਸਵਾਲ ਆ ਕੇ ਸਿੱਖਾਂ ਨੇ ਕੀਤਾ ਹੈ। ਸਾਡੇ ਵੀ ਮਨ ਦਾ ਇਹ ਸਵਾਲ ਹੁੰਦਾ ਹੈ ਕਈ ਵਾਰੀ ਕਿ ਜਦੋਂ ਪਰਮੇਸ਼ਰ ਹੀ ਸਾਰਾ ਕੁਝ ਕਰਨ ਕਰਾਉਣ ਵਾਲਾ ਹੈ ਤੇ ਫਿਰ ਸਾਡੇ ਕਰਮਾਂ ਦੀ ਵਿਚਾਰ ਕਾਹਦੀ ਹੋਈ, ਫਿਰ ਬੁਰੇ ਤੇ ਚੰਗੇ ਕਰਮ ਕਾਹਦੇ ਵਾਸਤੇ ਹੋਏ, ਹੈ ਨਾ ਸਾਡੇ ਮਨ ਦਾ ਵਿਚਾਰ ਵੀ। ਸਤਿਗੁਰਾਂ ਨੇ ਬੜਾ ਸੁੰਦਰ ਉੱਤਰ ਦਿੱਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਸਤਿਗੁਰੂ ਕਹਿੰਦੇ ਕਿ ਭਾਈ ਇਹ ਜਿਹੜੀ ਗੁਰਬਾਣੀ ਆ ਨਾ, ਤੇ ਸਿੱਖ ਜਿਹੜੇ ਹਨ ਉਹ ਵੀ ਕਈ ਤਰ੍ਹਾਂ ਦੇ ਹਨ ਤੇ ਗੁਰਬਾਣੀ ਵੀ ਕਈ ਤਰ੍ਹਾਂ ਦੀ। ਪਾਤਸ਼ਾਹ ਸਮਝ ਨਹੀਂ ਲੱਗੀ, ਸਮਝਾਓ ਥੋੜਾ ਜਿਹਾ ਖੁੱਲ ਕੇ। ਕੱਲ ਸਤਿਗੁਰਾਂ ਨੇ ਦੱਸਿਆ ਸੀ ਨਾ
ਕਿ 4 ਤਰ੍ਹਾਂ ਦੇ ਕਰਮ ਹੁੰਦੇ ਆ। ਇੱਕ ਸਹਿ ਕਰਮ, ਇੱਕ ਨੇਹ ਕਰਮ, ਇੱਕ ਉਪਾਸ਼ਨਾ ਤੇ ਚੌਥਾ ਜਿਹੜਾ ਹੈ ਗਿਆਨ। ਤੇ ਸਤਿਗੁਰਾਂ ਨੇ ਕਿਹਾ ਭਾਈ ਸਿੱਖ ਵੀ ਜਿਹੜੇ ਆ ਉਹ ਇਸੇ ਤਰ੍ਹਾਂ ਹੁੰਦੇ ਆ। ਕੁਝ ਸਹਿ ਕਰਮੀ ਹੁੰਦੇ ਆ, ਕੁਝ ਨੇਹ ਕਰਮੀ ਹੁੰਦੇ ਆ, ਕੁਝ ਜਿਹੜੇ ਉਪਾਸ਼ਨਾ ਵਾਲੇ ਹੁੰਦੇ ਆ, ਕੁਝ ਸਿੱਖ ਜਿਹੜੇ ਉਹ ਗਿਆਨੀ ਹੁੰਦੇ ਆ। ਕਹਿੰਦੇ ਹਾਂਜੀ ਮਹਾਰਾਜ ਠੀਕ ਹੈ ਤੁਹਾਡਾ ਜਵਾਬ, ਪਰ ਸਾਨੂੰ ਇਹ ਦੱਸੋ ਵੀ ਕਰਮਾਂ ਦੀ ਵਿਚਾਰ ਹੋਣੀ ਹੈ ਕਿ ਨਹੀਂ ਹੋਣੀ ਹੈ, ਇਹਦੇ ਬਾਰੇ ਸਾਨੂੰ ਥੋੜਾ ਖੁੱਲ ਕੇ ਸਮਝਾਓ ਕਿ ਇਹ ਕਿਉਂ ਸਤਿਗੁਰਾਂ ਨੇ ਲਿਖਿਆ ਕਿ ਮਾਰੇ ਰਾਖੇ ਇੱਕੋ ਆਪ। ਇੱਕ ਜਗ੍ਹਾ ਦੇ ਉੱਤੇ ਆਪ ਜੀ ਕਹਿ ਰਹੇ ਹੋ ਤੇ ਦੂਸਰੀ ਜਗ੍ਹਾ ਤੇ ਆਪ ਜੀ ਕਹਿ ਰਹੇ ਹੋ ਕਿ ਜੈਸਾ ਬੀਜੇ ਸੋ ਲੁਣੇ, ਜਿਹੋ ਜਿਹਾ ਬੀਜੋਗੇ ਇਹੋ ਜਿਹਾ ਵੱਢੋਗੇ। ਕਰਮਾਂ ਦੀ ਵਿਚਾਰ ਕਿਉਂ? ਸਤਿਗੁਰਾਂ ਨੇ ਸਮਝਾਉਣਾ ਕੀਤਾ ਕਿ ਭਾਈ ਜਿਹੜੇ ਸਿੱਖ ਹੁੰਦੇ ਆ ਨਾ ਕਰਮਾਂ ਦੇ ਅਧੀਨ, ਜਿਹੜੇ ਸਿੱਖ ਕਰਮ ਕਰਦੇ ਆ ਤੇ ਬੁਰਾ ਚੰਗਾ ਵਿਚਾਰਦੇ ਆ, ਉਹ ਹੁੰਦੇ ਸਹਿ ਕਰਮੀ ਜਾਂ ਨੇਹ ਕਰਮੀ। ਭਾਵ ਕਰਮ ਕਰਦੇ ਆ, ਕੁਝ ਕਰਮ ਕਰਦੇ ਆ ਤੇ ਉਹ ਕਰਮਾਂ ਦੀ ਵਿਚਾਰ ਕਰਦੇ ਆ ਤੇ ਉਹਨਾਂ ਨੂੰ ਉਹਦਾ ਮਾੜਾ ਚੰਗਾ ਮਿਲਦਾ ਹੈ। ਤੇ ਕੁਝ ਜਿਹੜੇ ਉਹ ਸਹਿ ਕਰਮੀ ਹੁੰਦੇ ਆ ਜਿਨ੍ਹਾਂ ਨੂੰ ਮਾੜਾ ਚੰਗਾ ਕਰਦੇ ਤੇ ਹੈਗੇ ਆ, ਪਰ ਉਹਨਾਂ ਨੂੰ ਚੰਗੇ ਦਾ ਫਲ ਮਿਲਦਾ, ਮਾੜੇ ਦਾ ਨਹੀਂ, ਜੇ ਉਹ ਕਰਮ ਕਰਦੇ ਆ ਜਿਹਦੇ ਵਿੱਚ ਨੇਹ ਕਾਮਤਾ ਹੈ। ਸਤਿਗੁਰ ਕਹਿੰਦੇ ਇਹ ਪਹਿਲਾ ਉਪਦੇਸ਼ ਉਹਨਾਂ ਸਿੱਖਾਂ ਵਾਸਤੇ ਹੈ, ਮਾਰੇ ਰਾਖੇ ਵਾਹਿਗੁਰੂ ਜੈਸਾ ਬੀਜੇ ਸੋ ਲੁਣੇ। ਇਹ ਉਹਨਾਂ ਵਾਸਤੇ ਉਪਦੇਸ਼ ਹੈ ਜਿਹੜੇ ਸਿੱਖ ਕਰਮਾਂ ਦੀ ਵਿਚਾਰ ਕਰਦੇ ਆ, ਜਿਹੜੇ ਕਰਮਾਂ ਦੇ ਵਿੱਚ ਆਉਣਾ ਜਾਣਾ, ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਕਰਮ ਕਮਾ ਰਹੇ ਹਾਂ ਤੇ ਇਹਨਾਂ ਕਰਮਾਂ ਦੀ ਵਿਚਾਰ ਹੋਣੀ ਹੈ। ਇਹ ਉਹਨਾਂ ਸਿੱਖਾਂ ਵਾਸਤੇ ਉਪਦੇਸ਼ ਹੈ, ਜੈਸਾ ਬੀਜੇ ਸੋ ਲੁਣੇ ਕਰਮ ਇਹੋ ਖੇਤ, ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ। ਇਹ ਉਹਨਾਂ ਵਾਸਤੇ ਹੈ। ਕਹਿੰਦੇ ਜੀ ਠੀਕ ਹੈ। ਸਤਿਗੁਰ ਕਹਿੰਦੇ ਪਰ ਜਿਹੜੇ ਸਿੱਖ ਹੁੰਦੇ ਆ ਨਾ ਉਪਾਸ਼ਨਾ ਦੇ ਅਧਿਕਾਰੀ ਤੇ ਗਿਆਨ ਦੇ ਅਧਿਕਾਰੀ, ਜਿਹੜੇ ਸਿੱਖ ਹੁੰਦੇ ਆ, ਜਿਹੜੇ ਉਪਾਸ਼ਨਾ ਦੇ ਅਧਿਕਾਰੀ ਹੁੰਦੇ ਆ, ਉਹਨਾਂ ਦੇ ਵਾਸਤੇ ਹੈ ਜੈਸਾ ਬੀਜੇ ਸੋ ਲੁਣੇ ਕਰਮ ਇਹੋ ਖੇਤ। ਇਹ ਉਹਨਾਂ ਦੇ ਵਾਸਤੇ ਜਿਹੜੇ ਕਰਮਾਂ ਦੀ ਵਿਚਾਰ ਕਰਦੇ ਆ, ਜਿਨ੍ਹਾਂ ਨੂੰ ਕਰਮ ਵਿਆਪਦੇ ਆ। ਹੁਣ ਆਪ ਜੀ ਅਗਲੇ ਜਿਹੜੀ ਸਾਖੀ ਸ਼ੁਰੂ ਹੋਣੀ ਹੈ ਨਾ, ਇਹ ਥੋੜੀ ਸਾਖੀ ਆਪਸ ਚ ਰਲਦੀ ਆ। ਅਗਲੀ ਸਾਖੀ 'ਚ ਪੂਰਾ ਖੁਲਾਸਾ ਹੋਏਗਾ ਸਹਿ ਕਰਮੀ ਕਿਹੜੇ ਹਨ, ਨੇਕ ਕਰਮੀ ਕਿਹੜੇ ਹਨ। ਆਪ ਜੀ ਨੇ ਇਸੇ ਤਰ੍ਹਾਂ ਧਿਆਨ ਦੇਣਾ ਗੱਲ ਵੱਲ। ਸੋ ਸਤਿਗੁਰਾਂ ਨੇ ਕਿਹਾ ਕਿ ਭਾਈ ਜਿਹੜੇ ਸਹਿ ਕਰਮੀ ਤੇ ਨੇਕ ਕਰਮੀ ਹੁੰਦੇ ਆ, ਜਿਹੜੇ ਕਰਮਾਂ ਦੀ ਵਿਚਾਰ ਕਰਦੇ ਸੀ। ਹੁਣ ਇਹ ਅਗਲੀ ਸਾਖੀ ਚ ਆਏਗਾ ਕਿ ਜਿਹੜੇ ਕਰਮਾਂ ਦੀ ਵਿਚਾਰ ਕਰਦੇ ਉਹ ਕਿਹੜੇ ਆ, ਜਿਹੜੇ ਕਰਮਾਂ ਦੀ ਵਿਚਾਰ ਨਹੀਂ ਕਰਦੇ ਉਹ ਕਿਵੇਂ ਕਿਵੇਂ ਪਤਾ ਲੱਗੇ, ਅਗਲੀ ਸਾਖੀ ਚ ਆਏਗਾ। ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਜਿਹੜੇ ਕਰਮਾਂ ਦੀ ਵਿਚਾਰ ਕਰਦੇ ਉਹਨਾਂ ਵਾਸਤੇ ਇਹ ਉਪਦੇਸ਼ ਹੈ, ਜੈਸਾ ਬੀਜੇ ਸੋ ਲੁਣੇ ਕਰਮ ਇਹੋ ਖੇਤ। ਤੇ ਜਿਹੜੇ ਉਪਾਸ਼ਨਾ ਦੇ ਅਧਿਕਾਰੀ ਹੁੰਦੇ ਆ ਉਹਨਾਂ ਦੇ ਵਾਸਤੇ ਬਚਨ ਹੈ, ਮਾਰੇ ਰਾਖੈ ਇੱਕੋ ਆਪ। ਉਹਨਾਂ ਦੇ ਵਾਸਤੇ ਇਹ ਬਚਨ ਹੈ, ਮਾਰੇ ਰਾਖੇ ਇੱਕੋ ਆਪ, ਕਿਉਂਕਿ ਉਹ ਕਰਮਾਂ ਤੋਂ ਉੱਪਰ ਉੱਠ ਜਾਂਦੇ ਆ, ਉਹਨਾਂ ਨੂੰ ਕਰਮ ਨਹੀਂ ਵਿਆਪਦੇ, ਉਹ ਸੰਗਤ ਕਰਦੇ ਆ ਤੇ ਆਪਣਾ ਕਾਰ ਵਿਹਾਰ ਕਰਦੇ ਆ। ਉਹਨਾਂ ਵਾਸਤੇ ਬਚਨ ਹੈ, ਮਾਰੇ ਰਾਖੇ ਇੱਕੋ ਆਪ ਮਾਨੁਖੈ ਕਿਛਨਾ ਹੀ ਹਾਰ। ਤੇ ਸਤਿਗੁਰੂ ਕਹਿੰਦੇ ਜਿਹੜੇ ਗਿਆਨ ਦੇ ਅਧਿਕਾਰੀ ਹੋ ਜਾਂਦੇ ਆ ਸਿੱਖ, ਜਿਨ੍ਹਾਂ ਨੂੰ ਗਿਆਨ ਮਿਲ ਜਾਂਦਾ ਗੁਰੂ ਦੇ ਕੋਲੋਂ, ਸੱਚਾ ਗਿਆਨ ਪ੍ਰਾਪਤ ਹੋ ਜਾਂਦਾ, ਉਹਨਾਂ ਸਿੱਖਾਂ ਵਾਸਤੇ ਉਪਦੇਸ਼ ਹੈ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ। ਇਹ ਉਹਨਾਂ ਸਿੱਖਾਂ ਵਾਸਤੇ ਜਿਹੜਾ ਇਹ ਬਚਨ ਹੈ। ਫਿਰ ਆਪ ਜੀ ਨੇ ਸੁਣਨਾ ਕਿ ਜਿਹੜੇ ਕਰਮਾਂ ਦੇ ਅਧਿਕਾਰੀ ਹਨ, ਜਿਨ੍ਹਾਂ ਨੂੰ ਕਰਮ ਵਿਆਪਦੇ ਹਨ, ਉਹ ਸਿੱਖਾਂ ਵਾਸਤੇ ਬਚਨ ਹੈ। ਸਤਿਗੁਰਾਂ ਨੇ ਕਿਹਾ ਜੈਸਾ ਬੀਜੈ ਸੋ ਲੁਣੇ ਕਰਮ ਇਹੋ ਖੇਤ। ਤੇ ਜਿਹੜੇ ਉਪਾਸ਼ਨਾ ਦੇ ਅਧਿਕਾਰੀ ਹਨ ਉਹਨਾਂ ਦੇ ਵਾਸਤੇ ਬਚਨ ਹੈ, ਮਾਰੇ ਰਾਖੈ ਇੱਕੋ ਆਪ। ਤੇ ਜਿਹੜੇ ਗਿਆਨ ਦੇ ਅਧਿਕਾਰੀ ਹਨ ਉਹਨਾਂ ਵਾਸਤੇ ਸਤਿਗੁਰਾਂ ਦੀ ਬਾਣੀ ਦਾ ਬਚਨ ਹੈ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ। ਹੁਣ ਇਹ ਸਤਿਗੁਰਾਂ ਨੂੰ ਫਿਰ ਕਹਿੰਦੇ ਆ ਕਿ ਪਾਤਸ਼ਾਹ ਸਾਨੂੰ ਉਦਾਹਰਨ ਦੇ ਕੇ ਸਮਝਾਓ, ਕੋਈ ਗੱਲ ਸਾਡੇ ਪੱਲੇ ਨਹੀਂ ਪਈ, ਥੋੜਾ ਉਦਾਹਰਨ ਦਿਓ ਕਿ ਇਹ ਕਿਵੇਂ ਹੋ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਹੋਵੇ ਤੇ ਹਰ ਕਿਸੇ ਲਈ ਵੱਖਰਾ ਵੱਖਰਾ ਉਪਦੇਸ਼। ਇਹ ਕਿਵੇਂ ਹੋ ਸਕਦਾ ਕਿ ਬਾਣੀ ਸਾਰਿਆਂ ਵਾਸਤੇ ਹੈ ਪਰ ਉਪਦੇਸ਼ ਸਾਰਿਆਂ ਵਾਸਤੇ ਵੱਖਰਾ ਵੱਖਰਾ ਕਿਉਂ? ਇਹ ਕਿਵੇਂ ਹੋ ਸਕਦਾ? ਸਾਨੂੰ ਥੋੜਾ ਜਿਹਾ ਨਾ ਉਦਾਹਰਨ ਦੇ ਕੇ ਸਮਝਾਓ। ਪਾਤਸ਼ਾਹ ਨੇ ਕਿਹਾ ਕਿ ਜਿਵੇਂ ਕੋਈ ਵੈਦ ਹੋਵੇ, ਆਪਾਂ ਡਾਕਟਰ ਕਹਿ ਲਈਏ ਕਿ ਜਿਵੇਂ ਕੋਈ ਡਾਕਟਰ ਹੋਵੇ, ਉਹਦੇ ਕੋਲ ਕੋਈ ਮਨੁੱਖ ਚਲਾ ਜਾਵੇ, ਕਿਸੇ ਨੂੰ ਤਾਪ ਚੜਿਆ ਹੋਵੇ ਸਰਦੀ ਦਾ, ਕਿਸੇ ਨੂੰ ਗਰਮੀ ਦਾ ਤਾਪ ਚੜਿਆ ਹੋਵੇ,
ਕਿਸੇ ਨੂੰ ਕਿਸੇ ਨੂੰ ਖੰਘ ਲੱਗੀ ਹੋਵੇ ਤੇ ਉਹਦੇ ਕੋਲ ਵੱਖ-ਵੱਖ ਦਵਾਈਆਂ ਹੁੰਦੀਆਂ। ਜਿਹੜਾ ਸਿਆਣਾ ਵੈਦ ਹੁੰਦਾ ਹੈ, ਸਿਆਣਾ ਡਾਕਟਰ ਹੁੰਦਾ ਹੈ, ਉਹ ਖੰਘ ਵਾਲੇ ਨੂੰ ਖੰਘ ਦੀ ਦਵਾਈ ਦੇ ਕੇ ਤੋਰ ਦਿੰਦਾ, ਤੇ ਜਿਹਨੂੰ ਠੰਡ ਲੱਗ ਕੇ ਬੁਖਾਰ ਚੜਿਆ ਹੋਵੇ ਉਹਨੂੰ ਠੰਡ ਦੀ ਦਵਾਈ ਦੇ ਕੇ ਬੁਖਾਰ ਦੀ ਤੋਰ ਦਿੰਦਾ ਹੈ, ਤੇ ਜਿਹਨੂੰ ਗਰਮੀ ਦੇ ਨਾਲ ਬੁਖਾਰ ਚੜਿਆ ਹੋਵੇ ਉਹਨੂੰ ਉਹੋ ਜਿਹੀ ਦਵਾਈ ਦੇ ਕੇ ਤੋਰ ਦਿੰਦਾ। ਕਹਿੰਦੇ ਹਾਂਜੀ ਗੱਲ ਤੇ ਏਦਾਂ ਹੀ। ਸਤਿਗੁਰ ਕਹਿੰਦੇ ਪਰ ਜਿਹੜਾ ਹੁੰਦਾ ਹੈ ਨਾ ਵੈਦ ਅਣਜਾਣ, ਉਹਨੂੰ ਪਤਾ ਨਹੀਂ ਲੱਗਦਾ, ਉਹ ਫਿਰ ਨਾ ਜਿਹੜੀ ਦਵਾਈ ਹੱਥ ਆਉਂਦੀ ਉਹ ਫੜਾ ਦਿੰਦਾ, ਤੇ ਉਹ ਜਾ ਕੇ ਤੇ ਦੇ ਦਿੰਦਾ ਹੈ, ਤੇ ਉਹ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ। ਕਹਿੰਦਾ ਹਾਂਜੀ ਇਹ ਤਾਂ ਹੈ, ਜੇ ਦਵਾਈ ਚੰਗੀ ਹੋਵੇਗੀ ਤੇ ਅਸਰ ਉਸੇ ਦਾ ਹੋਵੇਗਾ, ਨਾਲ ਜਿਸ ਬਿਮਾਰੀ ਦੀ ਦਵਾਈ ਹੋਵੇਗੀ ਉਸੇ ਨਾਲ ਹੀ ਅਸਰ ਹੋਣਾ ਹੈ। ਦੂਸਰੀ ਬਿਮਾਰੀ ਦੀ ਦੂਸਰੀ ਦਵਾਈ ਦੇ ਦਿੱਤੀ ਜਾਵੇ ਤੇ ਉਹਦੇ ਨਾਲ ਅਸਰ ਕੋਈ ਨਹੀਂ ਹੁੰਦਾ। ਸਤਿਗੁਰਾਂ ਨੇ ਕਿਹਾ ਭਾਈ ਇਹੋ ਸਤਿਗੁਰਾਂ ਦੀ ਬਾਣੀ ਹੈ। ਇਹ ਸਤਿਗੁਰੂ ਐਸੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਉਸ ਸਮੇਂ ਬੀੜ ਤਿਆਰ ਹੋ ਗਈ ਸੀ ਕਿਉਂਕਿ ਪੰਜਵੇਂ ਪਾਤਸ਼ਾਹ ਜੀ ਦੇ ਸਿੱਖਾਂ ਦੀ ਗੱਲ ਚੱਲ ਰਹੀ ਹੈ। ਸਤਿਗੁਰ ਕਹਿੰਦੇ ਆ, ਕਹਿੰਦੇ ਸਿੱਖੋ ਇਹ ਐਸਾ ਜਿਹੜਾ ਹੈ ਨਾ ਪੋਥੀ ਸਾਹਿਬ, ਇਹ ਐਸਾ ਗ੍ਰੰਥ ਹੈ, ਐਸੀ ਬਾਣੀ ਹੈ, ਇਹਦੇ ਵਿੱਚ ਸਾਰਿਆਂ ਦੇ ਲਈ ਉਪਦੇਸ਼ ਆ। ਜਿਹਨੂੰ ਜਿਸ ਤਰ੍ਹਾਂ ਦਾ ਰੋਗ ਲੱਗਾ, ਜੇ ਕੋਈ ਸਿੱਖ ਕਰਮਾਂ ਦੀ ਵਿਚਾਰ ਕਰਦਾ ਹੈ, ਜੇ ਉਹਨੂੰ ਕਰਮਾਂ ਦੇ ਵਿੱਚ ਰਹਿ ਕੇ ਉਹਨੂੰ ਇਹ ਗੱਲ ਹੈ ਕਿ ਕਰਮ ਸਾਰਾ ਕੁਝ ਹੈ, ਉਹਦੇ ਵਾਸਤੇ ਇਹ ਉਪਦੇਸ਼ ਹੈ। ਉਹਨੂੰ ਸਤਿਗੁਰਾਂ ਨੇ ਵੈਦ ਦੀ ਤਰ੍ਹਾਂ ਇਹ ਉਪਦੇਸ਼ ਦਿੱਤਾ ਹੈ। ਤੇ ਜਿਹੜਾ ਉਪਾਸ਼ਨਾ ਦੇ ਕਰਮ ਕਰਦਾ ਉਹਦੇ ਵਾਸਤੇ ਇਹ ਉਪਦੇਸ਼ ਹੈ, ਤੇ ਜਿਹੜਾ ਗਿਆਨੀ ਹੋ ਗਿਆ ਉਹਦੇ ਵਾਸਤੇ ਇਹ ਉਪਦੇਸ਼ ਹੈ। ਇਸ ਕਰਕੇ ਸਾਰਿਆਂ ਦੇ ਵਾਸਤੇ ਗੁਰਬਾਣੀ ਦੇ ਵਿੱਚ ਉਪਦੇਸ਼ ਹੈ। ਤੇ ਇਸ ਕਰਕੇ ਸਿੱਖੋ ਤੁਸੀਂ ਸ਼ੰਕਾ ਨਹੀਂ ਕਰਨੀ। ਜਿਵੇਂ ਸਿਆਣਾ ਡਾਕਟਰ, ਸਿਆਣਾ ਵੈਦ ਜਿਹੜਾ ਹੈ, ਉਹ ਆਪਣੇ ਰੋਗੀ ਦੀ ਨਬਜ ਟੋਕ ਕੇ ਉਹਦੀ ਬਿਮਾਰੀ ਦੀ ਪਛਾਣ ਕਰ ਲੈਂਦਾ ਹੈ ਨਾ, ਇਸੇ ਤਰ੍ਹਾਂ ਗੁਰੂ ਜਿਹੜਾ ਹੈ ਉਹ ਆਪਣੇ ਸਿੱਖ ਨੂੰ ਦੇਖ ਕੇ, ਉਹਦੇ ਹਾਲਾਤਾਂ ਨੂੰ ਜਾਣ ਕੇ ਤੇ ਉਹਦੀ ਜਿਹੜੀ ਹੈ ਟੋਕ ਕਰ ਲੈਂਦਾ ਕਿ ਕਿਹੜੇ ਕਰਮਾਂ ਦਾ ਅਧਿਕਾਰੀ ਹੈ। ਇਹ ਕਰਮਾਂ ਦਾ ਅਧਿਕਾਰੀ ਹੈ, ਉਪਾਸ਼ਨਾ ਦਾ ਅਧਿਕਾਰੀ ਹੈ, ਕਿ ਜਾਂ ਗਿਆਨ ਦਾ ਅਧਿਕਾਰੀ ਹੈ। ਤੇ ਜਦੋਂ ਸਤਿਗੁਰੂ ਨੂੰ ਪਤਾ ਲੱਗਦਾ ਕਿ ਭਾਈ ਇਹ ਕਰਮਾਂ ਦਾ ਅਧਿਕਾਰੀ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਬਾਣੀ ਨੂੰ ਉਪਦੇਸ਼ ਦਿੰਦੀ ਹੈ, ਭਾਈ ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ। ਤੇ ਫਿਰ ਸਿੱਖ ਨੂੰ ਪਤਾ ਲੱਗਦਾ ਕਿ ਭਾਈ ਜੋ ਬੀਜਾਂਗੇ ਉਹ ਵੱਢਣਾ ਪਵੇਗਾ। ਫਿਰ ਸਿੱਖ ਚੰਗੇ ਕਰਮ ਕਰਦਾ ਹੈ। ਤੇ ਫਿਰ ਜਦੋਂ ਸਿੱਖ ਉਪਾਸ਼ਨਾ ਦਾ ਅਧਿਕਾਰੀ ਹੁੰਦਾ ਹੈ, ਫਿਰ ਸਿੱਖ ਨੂੰ ਉਪਦੇਸ਼ ਹੈ ਮਾਰੇ ਰਾਖੇ ਇੱਕੋ ਆਪ ਮਾਨੁਖ ਕੇ ਕਿਸ਼ਨਾਈ ਹਾਥ। ਫਿਰ ਦੋਵੇਂ ਹੱਥ ਜੋੜ ਕੇ ਗੁਰੂ ਅੱਗੇ ਅਰਦਾਸ ਕਰਦਾ ਕਿ ਮਾਰਨ ਵਾਲਾ ਤੇ ਰੱਖਣ ਵਾਲਾ ਵੀ ਪਰਮੇਸ਼ਵਰ ਤੂੰ ਹੈ। ਤੇ ਫਿਰ ਜਦੋਂ ਗਿਆਨ ਦਾ ਅਧਿਕਾਰੀ ਹੁੰਦਾ ਹੈ ਤੇ ਫਿਰ ਉਹਨੂੰ ਪਤਾ ਲੱਗਦਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇਸ ਕਰਕੇ ਸਿੱਖੋ ਗੁਰੂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਉਪਦੇਸ਼ ਕਿਹੜੇ ਗੁਰਸਿੱਖ ਵਾਸਤੇ ਹੁੰਦਾ। ਇਸ ਤਰ੍ਹਾਂ ਇਹਨਾਂ ਨੇ ਉਪਦੇਸ਼ ਲਏ ਸਤਿਗੁਰਾਂ ਦੇ ਕੋਲੋਂ ਤੇ ਇਹਨਾਂ ਦਾ ਕਲਿਆਣ ਹੋਇਆ। ਸਤਿਗੁਰਾਂ ਨੇ ਫਿਰ ਦੱਸਿਆ ਕਿ ਭਾਈ ਕਰਮ ਉਹਨਾਂ ਵਾਸਤੇ ਹਨ ਜਿਹੜੇ ਕਰਮਾਂ ਦੀ ਵਿਚਾਰ ਕਰਦੇ, ਜਿਹੜੇ ਕਰਮਾਂ ਦੇ ਵਿੱਚ ਫਿਰਦੇ ਹਨ, ਅਜੇ ਜਿਨ੍ਹਾਂ ਦਾ ਜੀਵਨ ਅਜੇ ਉਪਾਸ਼ਨਾ ਤੱਕ ਨਹੀਂ ਪਹੁੰਚਿਆ। ਤੇ ਉਪਾਸ਼ਨਾ ਕਰਮਾਂ ਤੋਂ ਬਾਅਦ ਅੱਗੇ ਗਿਆਨ ਹੈ, ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਉਹ ਮੁਕਤ ਹੋ ਗਏ। ਸੋ ਸਾਧ ਸੰਗਤ ਇਸ ਤਰ੍ਹਾਂ ਇਹਨਾਂ ਦੀ ਕਲਿਆਣ ਹੋਈ। ਅੱਗੇ ਵੀ ਸਾਖੀ ਸੇਮ ਇਹਦੇ ਨਾਲ ਰਲਦੀ ਹੈ, ਥੋੜੀ ਜਿਹੀ ਹੋਰ ਆਪਾਂ ਕਹਿ ਸਕਦੇ ਇਹਨੂੰ ਵਿਸਥਾਰ ਕੀਤਾ ਭਾਈ ਮਨੀ ਸਿੰਘ ਜੀ ਨੇ। ਸਾਖੀ ਹੈ ਭਾਈ ਨਾਊ ਭਾਈ ਭੁੱਲੂ ਜਾਤ ਦੇ ਸਿੱਖੜ ਸਾਧ ਸਾਨੇ ਤੇ ਨਾਲ ਭਾਈ ਜੱਟੂ ਤੇ ਭਾਈ ਮੂਲਾ ਮਹਾਂਪੁਰਖ। ਇਹ ਚਾਰੇ ਸਤਿਗੁਰਾਂ ਦੀ ਸ਼ਰਨ ਆਏ ਆ ਗੁਰੂ ਅਰਜਨ ਦੇਵ ਮਹਾਰਾਜ ਜੀ। ਆਣ ਕੇ ਅਰਦਾਸ ਕੀਤੀ ਹੈ ਕਿ ਪਾਤਸ਼ਾਹ ਤੁਹਾਡੀ ਬਾਣੀ ਅਨੇਕ ਪ੍ਰਕਾਰ ਦੀ ਹੈ ਤੇ ਤੁਹਾਡਾ ਬਚਨ ਜਿਹੜਾ ਹੈ ਉਹ ਵੱਖ-ਵੱਖ ਅਧਿਕਾਰ ਦੇ ਸਿੱਖਾਂ ਵਾਸਤੇ ਹੈ। ਆਪ ਜੀ ਨੇ ਫਿਰ ਸਮਝਣਾ, ਪਿਛਲੀ ਹੀ ਵਿਚਾਰ ਇਹਦੇ ਨਾਲ ਜੁੜਦੀ। ਇਹ ਬਾਣੀ ਵੱਖ-ਵੱਖ ਉਪਦੇਸ਼ ਦਿੰਦੀ ਹੈ ਸਾਰਿਆਂ ਵਾਸਤੇ, ਤੁਸੀਂ ਦੱਸਿਆ ਤੇ ਸਾਰਿਆਂ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਬਾਣੀ ਉਪਦੇਸ਼ ਦਿੰਦੀ ਹੈ। ਤੇ ਅਸੀਂ ਕਿਵੇਂ ਪਤਾ ਕਰੀਏ ਕਿ ਅਸੀਂ ਕਿੱਥੇ ਕੁ ਫਿਰਦੇ? ਅਸੀਂ ਕਰਮਾਂ ਦੇ ਅਧਿਕਾਰੀ ਹਾਂ, ਅਸੀਂ ਉਪਾਸ਼ਨਾ ਦੇ ਅਧਿਕਾਰੀ ਹਾਂ, ਕਿ ਜਾਂ ਅਸੀਂ ਗਿਆਨ ਦੇ ਅਧਿਕਾਰੀ ਹਾਂ? ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਕਿੱਥੇ ਕੁ ਫਿਰਦੇ ਹਾਂ? ਅਸੀਂ ਕਰਮਾਂ ਦੇ ਵਿੱਚ ਫਸੇ ਹੋਏ ਹਾਂ ਜਾਂ ਅਸੀਂ ਉਪਾਸ਼ਨਾ ਦੇ ਵਿੱਚ ਫਸੇ ਹੋਏ ਹਾਂ, ਕਿ ਜਾਂ ਅਸੀਂ ਜਿਹੜਾ ਹੈ ਉਹ ਗਿਆਨ ਦੇ ਵਿੱਚ ਹਾਂ? ਸਾਨੂੰ ਇਹ ਦੱਸੋ, ਸਾਨੂੰ ਪਤਾ ਕਿਵੇਂ ਲੱਗੇ? ਕਿਉਂਕਿ ਸਿੱਖ ਦਾ ਇਹੀ ਸਵਾਲ ਹੈ ਨਾ ਜ਼ਿਆਦਾਤਰ ਕਿ ਮੈਂ ਕਿੱਥੇ ਗਿਆ, ਮੈਂ ਕਿੰਨਾ ਕੁ ਨਾਮ ਜਪਿਆ, ਕਿੰਨਾ ਕੁ ਮੈਨੂੰ ਪ੍ਰਾਪਤੀ ਹੋ ਗਈ। ਇਹ ਹਰ ਸਿੱਖ ਦੇ ਲਈ ਜ਼ਰੂਰੀ ਹੈ ਇਹਨੂੰ ਵਾਚਣਾ ਕਿ ਮੈਂ ਕਿੰਨੀ ਕੁ ਪ੍ਰਾਪਤੀ ਕਰ ਚੁੱਕਾ, ਕਿੱਥੇ ਕੁ ਤੱਕ ਮੇਰੀ ਪਹੁੰਚ ਹੋ ਗਈ ਆ।
ਸੋ ਸਤਿਗੁਰਾਂ ਨੇ ਇਹਨਾਂ ਨੂੰ ਦੱਸਣਾ ਕੀਤਾ ਕਿ ਭਾਈ, ਇਹਨਾਂ ਨੇ ਪੁੱਛਿਆ ਕਿ ਕਰਮ ਕਾਂਡ ਦੇ ਅਧਿਕਾਰੀ ਹਾਂ ਅਸੀਂ, ਉਪਾਸਨਾ ਕਾਂਡ ਦੇ ਅਧਿਕਾਰੀ ਹਾਂ, ਜਾਂ ਅਸੀਂ ਗਿਆਨ ਕਾਂਡ ਦੇ ਅਧਿਕਾਰੀ ਹਾਂ, ਕਿਵੇਂ ਪਤਾ ਲੱਗੇ, ਕਿਵੇਂ ਇਹਦਾ ਜਿਹੜਾ ਸਾਨੂੰ ਪਤਾ ਲੱਗੇ, ਸਾਨੂੰ ਨਿਚੋੜ ਜਿਹੜਾ ਉਹ ਦੱਸੋ। ਤੇ ਸਤਿਗੁਰਾਂ ਨੇ ਬਚਨ ਕੀਤਾ, ਬਚਨ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ। ਕਹਿੰਦੇ ਕਿ ਭਾਈ, ਜੇ ਸ਼ੁਭ ਬਚਨ ਸੁਣ ਕੇ ਮਨ ਜਿਹੜਾ ਹੈ ਉਹ ਖੋਟੇ ਕਰਮ ਮਾਲੂਮ ਹੋਣ, ਉਹਨੂੰ ਪਤਾ ਲੱਗੇ ਮਨ ਨੂੰ ਕਿ ਅਸੀਂ ਖੋਟੇ ਕਰਮ ਕਰ ਰਹੇ ਹਾਂ, ਮਨ ਨੂੰ ਪਤਾ ਲੱਗੇ ਵੀ ਜਿਹੜੇ ਮਾੜੇ ਕਰਮ ਹਨ ਉਹ ਮਾੜੇ ਹਨ, ਉਧਰ ਨਹੀਂ ਜਾਣਾ, ਤੇ ਜਿਹੜੇ ਚੰਗੇ ਕਰਮ ਹਨ ਉਹਨਾਂ ਨੂੰ ਕਰਨਾ ਹੈ। ਜਦੋਂ ਇਹ ਵਿਚਾਰ ਆਵੇ ਨਾ ਮਨ ਦੇ ਵਿੱਚ, ਸ਼ੁਭ ਤੇ ਅਸ਼ੁਭ ਦੀ ਵਿਚਾਰ ਆਵੇ ਕਿ ਜੋ ਖੱਟਿਆ ਹੈ ਉਹਨਾਂ ਕਰਮਾਂ ਦਾ ਸਾਨੂੰ ਭੋਗਣਾ ਪਵੇਗਾ। ਇਹ ਹਰ ਕਿਸੇ ਦੇ ਵਿਚਾਰ ਨਹੀਂ, ਸਾਧ ਸੰਗਤ ਮਨ ਚ ਆਉਂਦੀ, ਧਿਆਨ ਰੱਖਣਾ। ਇਹ ਉਹੀ ਉਹਨਾਂ ਦੇ ਮਨ ਚ ਵਿਚਾਰ ਆਉਂਦੀ ਆ ਜਿਹੜੇ ਸਤ ਸੰਗਤ ਕਰਦੇ ਆ। ਕਿਉਂਕਿ ਜਿਹੜਾ ਤੇ ਸੰਸਾਰ ਦੇ ਕੰਮਾਂ ਚ ਰੁੱਝਿਆ, ਉਹਨੂੰ ਕੀ ਹੈ ਚੰਗੇ ਮਾੜੇ ਨਾਲ, ਉਹਨੇ ਤੇ ਆਪਣਾ ਕਰਮ ਕਰੇ ਹੀ ਜਾਣਾ, ਗਰੀਬ ਦਾ ਢਿੱਡ ਧੋ ਕੇ ਲਈ ਆਉਣਾ, ਪਰਿਵਾਰ ਪਾਲੀ ਜਾਣਾ, ਕਿਸੇ ਦਾ ਕੋਈ ਬਣੇ ਭਾਵੇਂ ਨਾ ਬਣੇ, ਆਪਣੇ ਲਈ ਤੇ ਹਰ ਕੋਈ ਠੱਗੀਆਂ ਠੋਰੀਆਂ ਮਾਰਦਾ, ਉਹਨਾਂ ਵਾਸਤੇ ਨਹੀਂ ਆ। ਸਤਿਗੁਰ ਕਹਿੰਦੇ ਕਰਮਾਂ ਦੇ ਅਧਿਕਾਰੀ ਸਿੱਖ ਉਹ ਹੁੰਦੇ ਆ ਜਿਹੜੇ ਇਸ ਗੱਲ ਦੀ ਵਿਚਾਰ ਕਰਨ ਕਿ ਸਾਡੇ ਲਈ ਮਾੜਾ ਕੀ ਹੈ, ਸਾਡੇ ਲਈ ਚੰਗਾ ਕੀ ਹੈ, ਤੇ ਮਾੜੇ ਨੂੰ ਛੱਡ ਕੇ ਚੰਗੇ ਵੱਲ ਨੂੰ ਭੱਜਣ। ਇਹ ਨਹੀਂ ਕਿ ਮਾੜੇ ਨੂੰ ਵੇਖ ਕੇ ਮਾੜਾ ਕਰਮ ਕਰਨ, ਮਾੜੇ ਕਰਮਾਂ ਨੂੰ ਛੱਡ ਕੇ ਚੰਗੇ ਕਰਮਾਂ ਵੱਲ ਨੂੰ, ਸ਼ੁਭ ਕਰਮਾਂ ਵੱਲ ਨੂੰ ਜਾਣ। ਉਹ ਹੁੰਦੇ ਕਰਮਾਂ ਦੇ ਅਧਿਕਾਰੀ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਕਰਮ ਮਾੜਾ ਹੈ, ਕਿਹੜਾ ਕਰਮ ਚੰਗਾ ਹੈ। ਜੇ ਮਾੜਾ ਕਰਮ ਕਰਾਂਗੇ ਉਹਦੀ ਸਜ਼ਾ ਮਿਲੇਗੀ, ਜੇ ਚੰਗਾ ਕਰਮ ਕਰਾਂਗੇ ਤੇ ਉਹਦਾ ਫਲ ਮਿਲੇਗਾ। ਉਹ ਸਿੱਖ ਜਿਹੜੇ ਉਹ ਕਰਮਾਂ ਦੇ ਅਧਿਕਾਰੀ ਹੁੰਦੇ ਆ। ਕਹਿੰਦੇ ਠੀਕ ਹੈ ਮਹਾਰਾਜ ਸੱਚੇ ਪਾਤਸ਼ਾਹ। ਸਤਿਗੁਰ ਕਹਿੰਦੇ ਹੁਣ ਗੱਲ ਉਪਾਸਨਾ ਵੱਲ ਆ ਜਾਓ। ਉਪਾਸਨਾ ਦੇ ਅਧਿਕਾਰੀ ਉਹ ਹੁੰਦੇ ਆ ਜਿਹੜੇ ਗੁਰਸਿੱਖ ਕਰਮਾਂ ਦੇ ਅਧਿਕਾਰ ਤੋਂ ਅੱਗੇ ਜਾਂਦੇ ਆ ਨਾ, ਬਾਣੀ ਪੜ੍ਹਦੇ ਆ ਤੇ ਕਥਾ ਕੀਰਤਨ ਸੁਣਦੇ ਆ। ਸੁਣਨ ਤੋਂ ਬਾਅਦ ਫਿਰ ਉਹ ਇਹ ਵੀ ਵਿਚਾਰ ਛੱਡਦੇ ਆ ਚੰਗਾ ਕੀ ਹੈ ਤੇ ਮੰਦਾ ਕੀ ਹੈ। ਇਹ ਵਿਚਾਰ ਖਤਮ ਹੋ ਜਾਂਦੀ ਉਹਨਾਂ ਦੇ ਮਨ ਚ। ਉਹ ਫਿਰ ਜਿਹੜਾ ਵੀ ਕਰਮ ਕਰਦੇ ਆ ਉਹ ਗੁਰੂ ਨੂੰ ਭਾਉਂਦਾ ਕਰਦੇ ਆ। ਧਿਆਨ ਰੱਖਣਾ, ਪਹਿਲੇ ਉਹ ਹਨ ਜਿਹੜੇ ਚੰਗੇ ਤੇ ਮਾੜੇ ਦੀ ਵਿਚਾਰ ਕਰਦੇ ਆ ਕਿ ਚੰਗਾ ਕਰਮ ਕੀ ਹੈ, ਮਾੜਾ ਕੀ ਹੈ। ਮਾੜੇ ਨੂੰ ਛੱਡ ਕੇ ਚੰਗੇ ਵੱਲ ਆਉਂਦੇ ਆ। ਪਹਿਲੇ ਉਹ ਹਨ ਕਰਮ ਅਧਿਕਾਰੀ। ਦੂਸਰੇ ਉਹ ਹਨ ਜਿਹੜੇ ਮਾੜੇ ਕਰਮ ਤੇ ਚੰਗੇ ਕਰਮ ਵੀ ਛੱਡ ਦਿੰਦੇ ਆ। ਮਾੜਾ ਕੀ ਹੈ, ਚੰਗਾ ਕੀ ਹੈ ਛੱਡ ਕੇ ਕੀ ਕਰਦੇ ਆ, ਸੰਗਤ 'ਚ ਜਾਂਦੇ ਆ, ਸਿੱਖਾਂ ਦੀ ਸੇਵਾ ਕਰਦੇ ਆ, ਬਾਣੀ ਪੜ੍ਹਦੇ ਆ, ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਤੇ ਮਾੜੇ ਚੰਗੇ ਵੱਲ ਧਿਆਨ ਦਿੰਦੇ ਹੀ ਨਹੀਂ। ਕੀ ਮੇਰੇ ਵਾਸਤੇ ਮਾੜਾ ਹੈ, ਕੀ ਮੇਰੇ ਵਾਸਤੇ ਚੰਗਾ ਹੈ, ਉਹ ਛੱਡ ਦਿੰਦੇ ਆ। ਸਿਰਫ ਤੇ ਸਿਰਫ ਇਹ ਧਿਆਨ ਰੱਖਦੇ ਕਿ ਮੇਰਾ ਗੁਰੂ ਕੀ ਕਹਿੰਦਾ। ਉਹ ਹਨ ਉਪਾਸਨਾ ਦੇ ਅਧਿਕਾਰੀ। ਕਹਿੰਦੇ ਹਾਂਜੀ ਠੀਕ ਹੈ ਪਾਤਸ਼ਾਹ, ਗਿਆਨ ਦੇ ਅਧਿਕਾਰੀ ਫਿਰ ਕੌਣ ਹਨ? ਸਤਿਗੁਰੂ ਕਹਿੰਦੇ ਜਿਹੜੇ ਕਰਮਾਂ ਦੇ ਵਿੱਚੋਂ ਨਿਕਲ ਕੇ ਉਪਾਸਨਾ ਵੱਲ ਜਾਂਦੇ ਆ, ਫਿਰ ਉਪਾਸਨਾ ਕਰਕੇ, ਸੰਗਤ ਕਰਕੇ, ਕੀਰਤਨ ਕਥਾ ਸਰਵਣ ਕਰਕੇ, ਫਿਰ ਆਪਣੇ ਮਨ ਚ ਉਹਨੂੰ ਬਿਠਾ ਕੇ ਉਹਦੀ ਵਿਚਾਰ ਕਰਦੇ ਆ। ਵਾਰ-ਵਾਰ ਵਿਚਾਰ ਕਰਕੇ ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਨਾਮ ਜਪਦੇ ਆ, ਗੁਰੂ ਘਰ ਆ ਕੇ ਵੀ ਜਪਦੇ ਆ, ਇਕੱਲੇ ਬੈਠ ਕੇ ਵੀ ਜਪਦੇ ਆ, ਹਰ ਵੇਲੇ ਜੁੜੇ ਰਹਿੰਦੇ ਆ। ਫਿਰ ਉਹ ਮਨੁੱਖ ਜਿਹੜੇ ਆ ਉਹ ਗਿਆਨ ਦੇ ਅਧਿਕਾਰੀ ਹੋ ਜਾਂਦੇ। ਫਿਰ ਉਹਨਾਂ ਦੇ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਕਰਮ ਤੇ ਜਿਹੜੇ ਹਨ ਉਹ ਹੈ ਕੀ। ਕਰਮਾਂ ਦੀ ਕੋਈ ਵਿਚਾਰ ਹੀ ਨਹੀਂ ਉਹਨਾਂ ਨੂੰ ਫੁਰਦੀ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਰਮ ਕਰਨਾ ਕਿਹਨੂੰ ਕਹਿੰਦੇ। ਉਹ ਫਿਰ ਸਾਰਾ ਕੁਝ ਉਹਨਾਂ ਦਾ ਮਿਟ ਜਾਂਦਾ ਹੈ। ਉਹਨਾਂ ਨੂੰ ਕਰਮ ਵੀ ਭੁੱਲ ਜਾਂਦੇ ਆ, ਚੰਗਾ ਮਾੜਾ ਕੀ ਹੈ ਉਹ ਵੀ ਛੱਡ ਦਿੰਦੇ ਆ। ਫਿਰ ਉਹ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਵੀ ਸਰਵਣ ਕਰਦੇ ਆ, ਤੇ ਫਿਰ ਇਹ ਵੀ ਨਹੀਂ ਜਤਾਉਂਦੇ ਕਿ ਮੈਂ ਕੀਰਤਨ ਸੁਣ ਰਿਹਾ, ਮੈਂ ਕਥਾ ਸੁਣ ਰਿਹਾ, ਮੈਂ ਸੇਵਾ ਕਰ ਰਿਹਾ। ਇਹ ਵੀ ਭੁੱਲ ਜਾਂਦੇ ਆ, ਇਹ ਵੀ ਖਤਮ ਕਰ ਦਿੰਦੇ ਆ। ਤੇ ਜਦੋਂ ਇਹ ਵੀ ਖਤਮ ਹੋ ਜਾਂਦੇ ਆ, ਫਿਰ ਉਹ ਗਿਆਨ ਦੇ ਅਧਿਕਾਰੀ ਹੋ ਜਾਂਦੇ ਆ। ਆਪ ਜੀ ਨੇ ਫਿਰ ਧਿਆਨ ਦੇਣਾ, ਕਰਮਾਂ ਦੇ ਅਧਿਕਾਰੀ ਸਤਿਗੁਰਾਂ ਨੇ ਕਿਹਾ ਉਹ ਹਨ ਜਿਹੜੇ ਮਨੁੱਖ ਇਹ ਵਿਚਾਰ ਕਰਦੇ ਆ, ਜਿਹੜੇ ਗੁਰਸਿੱਖ ਇਹ ਵਿਚਾਰ ਕਰਦੇ ਆ ਕਿ ਮਾੜਾ ਕੀ ਹੈ ਤੇ ਚੰਗਾ ਕੀ ਹੈ। ਮਾੜੇ ਨੂੰ ਛੱਡ ਦਿੰਦੇ ਆ, ਚੰਗੇ ਨੂੰ ਅਪਣਾ ਲੈਂਦੇ ਆ। ਇਹ ਹਨ ਕਰਮ ਅਧਿਕਾਰੀ। ਤੇ ਦੂਸਰੇ ਉਪਾਸਨਾ ਵਾਲੇ ਉਹ ਹਨ ਸੰਗਤ 'ਚ ਜਾਂਦੇ ਆ, ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਸੇਵਾ ਕਰਦੇ ਆ। ਇਹ ਹਨ ਉਪਾਸਨਾ ਦੇ ਅਧਿਕਾਰੀ। ਗੁਰੂ ਦੀ ਗੱਲ ਮੰਨਦੇ ਆ, ਚੰਗੇ ਮੰਦੇ ਦਾ ਵਿਚਾਰ ਨਹੀਂ ਕਰਦੇ। ਤੇ ਗਿਆਨ ਦੇ ਅਧਿਕਾਰੀ ਉਹ ਹੁੰਦੇ ਆ ਜਿਹੜੇ ਕਥਾ ਕੀਰਤਨ ਸੇਵਾ ਸਿਮਰਨ ਕਰਦੇ ਆ, ਤੇ ਉਹਦੀ ਇਹ ਵਿਚਾਰ ਕਰਦੇ ਹੀ ਨਹੀਂ ਕਿ ਮੈਂ ਕੀਤਾ, ਮੈਂ ਇੰਨੀ ਬਾਣੀ ਪੜ੍ਹੀ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਚਿਰ ਗੁਰਦੁਆਰੇ ਬੈਠਾ ਰਿਹਾ, ਮੈਂ ਅੱਜ ਇੰਨਾ ਕੀਰਤਨ ਸੁਣਿਆ। ਉਹ ਇਹ ਵੀ ਵਿਚਾਰ ਛੱਡ ਦਿੰਦੇ ਆ। ਤੇ ਜਿਹੜੇ ਇਹਨੂੰ ਵੀ ਛੱਡ ਦੇਣ ਉਹ ਗਿਆਨ ਦੇ ਅਧਿਕਾਰੀ ਹੋ ਜਾਂਦੇ। ਇਹਨਾਂ ਕਿਹਾ ਠੀਕ ਹੈ ਸਤਿਗੁਰੂ, ਸਤ ਬਚਨ। ਹੁਣ ਅਸੀਂ ਨਿਰਣਾ ਕਰ ਲਵਾਂਗੇ ਅਸੀਂ ਕਿੱਥੇ ਕੁ ਫਿਰਦੇ ਹਾਂ। ਅਸੀਂ ਕਰਮ ਦੇ ਅਧਿਕਾਰੀ ਹਾਂ
ਅਸੀਂ ਉਪਾਸ਼ਨਾ ਦੇ ਅਧਿਕਾਰੀ ਹਾਂ ਕਿ ਜਾਂ ਅਸੀਂ ਗਿਆਨ ਦੇ ਅਧਿਕਾਰੀ। ਆਪ ਜੀ ਨੇ ਵੀ ਧਿਆਨ ਦੇਣਾ, ਸਾਡੇ ਲਈ ਵੀ ਸਾਖੀ ਹੈ ਕਿ ਅਸੀਂ ਕਿੱਥੇ ਕੁ ਫਿਰਦੇ ਹਾਂ। ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਰਮਾਂ ਦੇ ਅਧਿਕਾਰੀ ਹਾਂ ਜਾਂ ਉਪਾਸ਼ਨਾ ਦੇ ਅਧਿਕਾਰੀ ਬਣ ਗਏ ਹਾਂ, ਕਿ ਜਾਂ ਸਾਡੇ ਕੋਲ ਗਿਆਨ ਆ ਗਿਆ। ਇਸ ਤਰ੍ਹਾਂ ਆਪਣੇ ਜੀਵਨ ਨੂੰ ਜਿਹੜਾ ਹੈ ਉੱਚਾ ਚੁੱਕਣ ਵਾਸਤੇ ਇਹ ਮਨੁੱਖ ਨੂੰ ਵਾਰ-ਵਾਰ ਵਿਚਾਰ ਕਰਨੀ ਚਾਹੀਦੀ ਹੈ। ਗੁਰਸਿੱਖ ਨੂੰ ਖਾਸ ਕਰਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਮੈਂ ਜੇ ਗੁਰੂ ਘਰ ਜਾ ਰਿਹਾ, ਮੈਂ ਕਿੱਥੇ ਕੁ ਪਹੁੰਚਿਆ। ਇਹ ਤੇ ਨਹੀਂ ਕਿ ਮੈਂ ਗੁਰੂ ਘਰ ਜਾ ਕੇ ਹਰ ਕਿਸੇ ਨੂੰ ਦੇਖ ਕੇ ਉਹਦੀ ਨਿੰਦਿਆ ਹੀ ਕਰੀ ਜਾਂਦਾ, ਜਾਂ ਮੈਂ ਗੁਰੂ ਘਰ ਜਾ ਕੇ ਗਲਤੀਆਂ ਹੀ ਵਹਿੰਦਾ ਰਹਿਣਾ ਕਿ ਉਹ ਕੀ ਕਰਦਾ ਤੇ ਉਹ ਕੀ ਕਰਦਾ, ਜਾਂ ਉੱਥੇ ਬੈਠ ਕੇ ਗੱਲਾਂ ਹੀ ਮਾਰਦਾ ਰਹਿਣਾ। ਨਹੀਂ, ਇਹ ਧਿਆਨ ਦੇਣ ਯੋਗ ਗੱਲਾਂ ਹਨ। ਸੋ ਇਹ ਗੱਲਾਂ ਜਿਹੜੀਆਂ ਆਪਣੇ ਜੀਵਨ 'ਚ ਅਪਣਾਈਏ ਤੇ ਸਾਡਾ ਉਧਾਰ ਹੋਵੇਗਾ, ਜਿਵੇਂ ਇਹਨਾਂ ਗੁਰਸਿੱਖਾਂ ਦਾ ਉਧਾਰ ਹੋਇਆ। ਸੋ ਅੱਗੇ ਆ ਜਾਓ ਸਾਧ ਸੰਗਤ, ਅਗਲੀ ਜਿਹੜੀ ਸਾਖੀ ਹੈ ਬੜੀ ਸੁੰਦਰ ਸਾਖੀ ਹੈ ਤੇ ਸਵਾਲ ਵੀ ਬੜਾ ਸੁੰਦਰ ਹੈ। ਸਤਿਗੁਰਾਂ ਦੇ ਹਜ਼ੂਰ ਆਏ ਨੇ ਚਤੁਰਦਾਸ, ਮੂਲਾ ਕਪੂਰ, ਹਾੜੂ ਤੇ ਗਾੜੂ। ਸਤਿਗੁਰਾਂ ਦੇ ਹਜ਼ੂਰ ਆਣ ਕੇ ਇਹਨਾਂ ਨੇ ਨਮਸਕਾਰ ਕੀਤੀ ਹੈ ਤੇ ਪਾਤਸ਼ਾਹ ਨੂੰ ਕਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ, ਸ਼ੁਭ ਕਰਮਾਂ ਲਈ ਉਦਮ ਕਰਨਾ ਤੁਸੀਂ ਕਿਹਾ ਹੈ ਕਿ ਭਾਈ ਸ਼ੁਭ ਕਰਮ ਕਰਨੇ ਆ, ਚੰਗੇ ਕਰਮ ਸਿੱਖ ਨੇ ਕਰਨੇ ਆ, ਆਪਣੇ ਜੀਵਨ 'ਚ ਚੰਗਾ ਕਰਨਾ ਹੈ ਤੇ ਚੰਗੇ ਨੂੰ ਅਪਣਾਉਣਾ ਹੈ। ਸਤਿਗੁਰ ਕਹਿੰਦੇ ਹਾਂ ਭਾਈ ਅਸੀਂ ਕਿਹਾ ਹੈ। ਫਿਰ ਕਹਿੰਦੇ ਪਾਤਸ਼ਾਹ ਤੁਹਾਡਾ ਇੱਕ ਬਚਨ ਹੈ ਗੁਰਬਾਣੀ ਦਾ। ਸਤਿਗੁਰ ਕਹਿੰਦੇ ਕੀ ਬਚਨ ਹੈ, ਦੱਸੋ ਸਿੱਖੋ। ਕਹਿੰਦੇ ਜੀ ਬਾਣੀ ਦਾ ਬਚਨ ਹੈ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇਹਦਾ ਅਰਥ ਹੈ ਕਿ ਪਰਮੇਸ਼ਰ ਦੀ ਜਿਹੜੀ ਦਾਤ ਹੈ ਨਾ, ਜਿਹੜੇ ਜਾਗਦੇ ਹਨ, ਭਾਵ ਜਿਹੜੇ ਜਾਗਣ ਵਾਲੇ ਹਨ, ਉਹਨਾਂ ਨੂੰ ਮਿਲ ਜੇ ਤੇ ਠੀਕ ਹੈ, ਉਹਨਾਂ ਨੂੰ ਵੀ ਕਈ ਵਾਰੀ ਮਿਲਦੀ, ਪਰ ਇੱਕ ਇਹਨਾਂ ਨੂੰ ਉੱਠ ਕੇ ਪਰਮੇਸ਼ਵਰ ਜਿਹੜਾ ਹੈ ਉਹ ਨਾਮ ਜਪਣ ਦੀ ਦਾਤ ਬਖਸ਼ਿਸ਼ ਕਰਦਾ ਹੈ। ਪਾਤਸ਼ਾਹ ਇੱਕ ਤੇ ਤੁਸੀਂ ਕਹਿ ਰਹੇ ਹੋ ਕਿ ਉਦਮ ਕਰਨਾ ਜ਼ਰੂਰੀ ਹੈ, ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹ ਪਰਮੇਸ਼ਵਰ ਜਿਹੜਾ ਉਹ ਸੁੱਤਿਆਂ ਨੂੰ ਉਠਾ ਕੇ ਨਾਮ ਜਪਾਉਣ ਲੱਗ ਪੈਂਦਾ, ਸੁੱਤਿਆਂ ਨੂੰ ਦਾਤਾਂ ਦੇ ਦਿੰਦਾ। ਇਹਦਾ ਕੀ ਅਰਥ ਬਣਿਆ? ਇਹ ਗੱਲ ਜਿਹੜੀ ਹੈ ਇਹ ਕੀ ਬਣੀ ਕਿ ਨਾਲੇ ਤੁਸੀਂ ਕਹਿੰਦੇ ਉਦਮ ਕਰਨਾ ਚਾਹੀਦਾ ਤੇ ਨਾਲੇ ਤੁਸੀਂ ਕਹਿੰਦੇ ਜਾਗਦਿਆਂ ਨੂੰ ਪ੍ਰਾਪਤ ਨਹੀਂ ਹੁੰਦਾ ਤੇ ਸੁੱਤਿਆਂ ਨੂੰ ਉਠਾਲ ਕੇ ਪਰਮੇਸ਼ਰ ਨਾਮ ਦੇ ਦਿੰਦਾ। ਇਹਦਾ ਭਾਵ ਕੀ ਹੋਇਆ? ਸਤਿਗੁਰਾਂ ਨੇ ਬੜਾ ਸੁੰਦਰ ਜਿਹੜਾ ਹੈ ਉਹ ਆਨਸਰ ਦਿੱਤਾ ਹੈ, ਬੜਾ ਸੁੰਦਰ ਉੱਤਰ ਦਿੱਤਾ ਪਾਤਸ਼ਾਹ ਨੇ। ਸਤਿਗੁਰ ਕਹਿੰਦੇ ਭਾਈ ਮੈਂ ਉਦਾਹਰਨ ਦਵਾਂਗਾ। ਸਤਿਗੁਰ ਕਹਿੰਦੇ ਇੱਕ ਕਹਿੰਦੇ ਦੋ ਸੌਦਾਗਰ ਸਨ। ਸੌਦਾਗਰ ਜਿਹੜੇ ਸੌਦਾ ਵੇਚਣ ਵਾਲੇ, ਭਾਵ ਵਪਾਰੀ ਕਹਿ ਲਈਏ। ਸਤਿਗੁਰ ਕਹਿੰਦੇ ਦੋ ਵਪਾਰੀ ਆ। ਉਹ ਵਪਾਰੀਆਂ ਨੂੰ ਪਤਾ ਲੱਗਦਾ ਵੀ ਫਲਾਣੇ ਦੇਸ਼ ਨੂੰ ਜਹਾਜ਼ ਚੱਲਿਆ, ਸਮੁੰਦਰੀ ਜਹਾਜ਼ ਸਨ ਉਸ ਸਮੇਂ, ਫਲਾਣੇ ਦੇਸ਼ ਨੂੰ ਜਹਾਜ਼ ਚੱਲਿਆ। ਤੇ ਇਹਨਾਂ ਦੋਵਾਂ ਵਪਾਰੀਆਂ ਨੇ ਕੀ ਕੀਤਾ ਕਿ ਜਲਦੀ ਜਲਦੀ ਆਪਣਾ ਸੌਦਾ ਇਕੱਠਾ ਕੀਤਾ ਤੇ ਸਾਰਾ ਕੁਝ ਇੱਕ ਜਗ੍ਹਾ ਦੇ ਵਿੱਚ ਭਰਿਆ, ਭਾਵ ਬੈਗ ਦੇ ਵਿੱਚ ਪਾਇਆ ਦੋਵਾਂ ਜਾਣਿਆਂ ਨੇ ਕਿ ਚਲੋ ਦੂਸਰੇ ਦੇਸ਼ ਜਾ ਕੇ ਵੇਚਾਂਗੇ। ਦੋਵੇਂ ਘਰੋਂ ਚੱਲ ਪਏ, ਲੰਮਾ ਪੈਂਡਾ ਮਾਰ ਕੇ ਜਹਾਜ਼ ਤੱਕ ਭੜ ਗਏ, ਪਹੁੰਚ ਗਏ ਜਹਾਜ਼ ਤੱਕ। ਇੱਕ ਜਹਾਜ਼ ਦੇ ਵਿੱਚ ਚੜ ਗਿਆ ਤੇ ਦੂਸਰਾ ਲਾਗੇ ਖਲੋਤਾ ਰਿਹਾ ਜਹਾਜ਼ ਦੇ, ਕਹਿੰਦਾ ਕਿ ਚਲੋ ਜਦੋਂ ਜਾਣ ਦਾ ਸਮਾਂ ਹੋਏਗਾ, ਹਜੇ ਕਿਹੜਾ ਜਹਾਜ਼ ਚੱਲ ਪਿਆ, ਜਦੋਂ ਜਾਣ ਦਾ ਸਮਾਂ ਹੋਏਗਾ ਉਦੋਂ ਜਹਾਜ਼ ਤੇ ਚੜ ਜਾਵਾਂਗੇ। ਤੇ ਬੜੀ ਦੂਰੋਂ ਚੱਲ ਕੇ ਆਏ ਸੀ, ਥੱਕੇ ਸੀ। ਇੱਕ ਜਹਾਜ਼ ਚੜ ਕੇ ਸੌਂ ਗਿਆ ਤੇ ਦੂਸਰਾ ਜਿਹੜਾ ਸੀ ਉਹ ਬਾਹਰ ਬੈਠਾ ਹੀ ਸੌਂ ਗਿਆ। ਧਿਆਨ ਦੇਣਾ, ਦੂਸਰਾ ਬਾਹਰ ਜਿਹੜਾ ਬੈਠਾ ਹੈ ਉਹ ਸੁੱਤਾ ਵੀ ਚੰਗੀ ਤਰ੍ਹਾਂ ਨਹੀਂ। ਉਹਨੂੰ ਇਹ ਧਿਆਨ ਹੈ ਕਿ ਇਹ ਨਾ ਹੋਵੇ ਢੋਲ ਵੱਜ ਜਾਵੇ, ਚੱਲਣ ਦੀ ਆਵਾਜ਼ ਆ ਜਾਵੇ ਵੀ ਜਹਾਜ਼ ਚੱਲਿਆ ਹੈ ਤੇ ਮੈਂ ਉੱਤੇ ਚੜ੍ਹਨਾ ਹੈ। ਤੇ ਉਹ ਬੈਠਾ ਧਿਆਨ ਨਾਲ ਢੋਲ ਦੀ ਆਵਾਜ਼ ਸੁਣ ਤੇ ਮਗਨ ਹੈ ਵੀ ਕਦੋਂ ਜਿਹੜਾ ਮੈਨੂੰ ਆਵਾਜ਼ ਪਵੇ ਤੇ ਮੈਂ ਜਹਾਜ਼ ਤੇ ਚੜ੍ਹਾਂ। ਇੱਕ ਜਿਹੜਾ ਜਹਾਜ਼ ਤੇ ਚੜ੍ਹ ਕੇ ਸੌਂ ਗਿਆ। ਕਹਿੰਦੇ ਹਾਂਜੀ ਮਹਾਰਾਜ। ਸਤਿਗੁਰੂ ਕਹਿੰਦੇ ਫਿਰ ਜਹਾਜ਼ ਚੱਲ ਪਿਆ। ਜਿਹੜਾ ਢੋਲ ਸੀ ਉਹ ਨਹੀਂ ਵੱਜਿਆ, ਢੋਲ ਨਹੀਂ ਵੱਜਿਆ ਤੇ ਜਿਹੜਾ ਜਹਾਜ਼ ਤੇ ਸੀ ਉਹ ਚੱਲ ਪਿਆ, ਰਵਾਨਾ ਹੋ ਗਿਆ ਜਹਾਜ਼। ਜਿਹੜਾ ਥੱਲੇ ਰਹਿ ਗਿਆ ਸੌਦਾਗਰ, ਉਹ ਥੱਲੇ ਬੈਠਾ ਰਹਿ ਗਿਆ। ਉਹਦੇ ਕੋਲ ਜਿਹੜਾ ਸੀ, ਜੋ ਜਿਸ ਚੀਜ਼ ਦਾ ਉਹਨੇ ਵਪਾਰ ਕਰਨਾ ਸੀ, ਉਹ ਵੀ ਇਹਦੇ ਕੋਲ ਹੀ ਪਈ ਆ। ਜਹਾਜ਼ ਚੱਲ ਪਿਆ, ਪਤਾ ਉਹਨੂੰ ਲੱਗਾ ਨਹੀਂ, ਉਹ ਉੱਥੇ ਹੀ ਖਲੋਤਾ ਰਹਿ ਗਿਆ। ਤੇ ਦੂਸਰਾ ਜਿਹੜਾ ਸੀ ਉਹ ਜਹਾਜ਼ ਦੇ ਉੱਤੇ ਚੜ ਗਿਆ ਤੇ ਚੜ ਕੇ ਉਹ ਸੁੱਤਾ, ਜਹਾਜ਼ ਦੇ ਵਿੱਚ ਸੁੱਤਾ ਹੈ, ਕਿਉਂਕਿ ਥੱਕੇ ਸਨ, ਦੂਰੋਂ ਆਏ ਸਨ। ਉਹ ਜਹਾਜ਼ ਦੇ ਵਿੱਚ ਸੁੱਤਾ ਹੈ। ਤੇ ਸਤਿਗੁਰੂ ਕਹਿੰਦੇ ਜਦੋਂ ਜਹਾਜ਼ ਅਗਲੇ ਦੇਸ਼ ਵਿੱਚ ਜਾਏਗਾ ਤੇ ਉਹ ਜਿਹੜਾ ਸੁੱਤਾ ਹੈ ਉਹਨੂੰ ਉਠਾ ਕੇ, ਜਿਹੜੇ ਦੂਸਰੇ ਹਨ ਉਹਨੂੰ ਉਠਾ ਦੇਣਗੇ, ਭਾਈ ਉੱਠ ਤੇ ਆਪਣਾ ਸੌਦਾ ਵੇਚ। ਤੇ ਉਹ ਕਹਿੰਦੇ ਹਾਂਜੀ ਮਹਾਰਾਜ, ਉਹ ਤੇ ਹੁਣ ਪਹੁੰਚ ਗਿਆ ਦੇਸ਼ ਦੇ ਵਿੱਚ ਤੇ ਉਹ ਜਾ ਕੇ ਤੇ ਉੱਥੇ ਆਪਣਾ ਸੌਦਾ ਵੇਚੇਗਾ, ਉਦਮ ਕਰੇਗਾ। ਉਹਨੂੰ ਉਠਾ ਦੇਣਗੇ, ਜਿਹੜੇ ਦੂਸਰੇ ਜਹਾਜ਼ ਦੇ ਵਿੱਚ ਲੋਕ ਹਨ ਉਹਨੂੰ ਉਠਾ ਦੇਣਗੇ ਤੇ ਉਹ ਆਪਣਾ ਸੌਦਾ ਵੇਚ ਕੇ
ਤੇ ਧਨ ਜਿਹੜਾ ਉਹ ਇਕੱਠਾ ਕਰ ਲਵੇਗਾ। ਸਤਿਗੁਰੂ ਕਹਿੰਦੇ ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਜਹਾਜ਼ ਦੇ ਵਿੱਚ ਸੁੱਤਾ ਸੀ ਉਹ ਚੰਗਾ ਕਿ ਜਾਂ ਜਿਹੜਾ ਬਾਹਰ ਖਲੋਤਾ ਰਿਹਾ ਉਹ ਚੰਗਾ? ਤੇ ਕਹਿੰਦੇ ਸਤਿਗੁਰੂ ਜਿਹੜਾ ਜਹਾਜ਼ ਦੇ ਵਿੱਚ ਸੁੱਤਾ ਸੀ, ਭਾਵੇਂ ਸੁੱਤਾ ਹੀ ਸੀ ਉਹ, ਪਰ ਹੈ ਉਹ ਚੰਗਾ ਸੀ, ਕਿਉਂਕਿ ਉਹਦਾ ਸੌਦਾ ਅੱਗੇ ਜਾ ਕੇ ਵਿਕ ਗਿਆ। ਜਦੋਂ ਉਹਨੂੰ ਠਾ ਦਿੱਤਾ ਦੂਸਰਿਆਂ ਜਹਾਜ਼ ਵਾਲਿਆਂ ਨੇ, ਉਹ ਉੱਠ ਕੇ ਦੂਸਰਿਆਂ ਸੌਦਾਗਰਾਂ ਨੇ ਠਾਇਆ, ਉੱਠ ਕੇ ਨਾਲੇ ਜੋ ਉਹਨੇ ਆਪਣਾ ਧਨ ਪਦਾਰਥ ਵੇਚਿਆ, ਜੋ ਵੀ ਸੌਦਾ ਲੈ ਕੇ ਆਏ, ਨਾਲੇ ਧਨ ਪਦਾਰਥ ਇਕੱਠਾ ਕਰ ਲਿਆ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਆਪ ਜੀ ਨੇ ਧਿਆਨ ਦੇਣਾ ਕਿ ਜਿਹੜੀ ਦਾਤ ਹੈ ਸੁੱਤਿਆਂ ਨੂੰ ਉਠਾਲ ਕੇ ਕਿਉਂ ਮਿਲਦੀ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਹੜੇ ਸਿੱਖ ਉਦਮ ਨਹੀਂ ਕਰਦੇ, ਜਿਹੜੇ ਇਹ ਧਿਆਨ ਦਿੰਦੇ ਰਹਿੰਦੇ ਆ ਕਿ ਚਲੋ ਸਮਾਂ ਆਏਗਾ ਸੰਗਤ ਜਾਵਾਂਗੇ, ਜਦੋਂ ਗੁਰੂ ਬੁਲਾਵੇਗਾ, ਇਹ ਹੁੰਦਾ ਨਾ ਗੁਰੂ ਕਵੇਗਾ ਤੇ ਬਾਣੀ ਪੜ੍ਹ ਲਾਂਗੇ, ਗੁਰੂ ਆਵਾਜ਼ ਦੇਵੇਗਾ ਤੇ ਜਿਹੜਾ ਹੈ ਕੀਰਤਨ ਸੁਣ ਲਾਂਗੇ, ਗੁਰੂ ਕਵੇਗਾ ਤੇ ਨਾਮ ਜਪ ਲਾਂਗੇ, ਜਦੋਂ ਉਹਦਾ ਹੁਕਮ ਹੋਏਗਾ ਤੇ ਅੰਮ੍ਰਿਤ ਛਕ ਲਾਂਗੇ। ਇਹੋ ਜਿਹੀਆਂ ਗੱਲਾਂ ਹੁੰਦੀਆਂ ਨਾ ਸਾਡੇ ਮਨ 'ਚ। ਪਾਤਸ਼ਾਹ ਕਹਿੰਦੇ ਉਹ ਲੋਕ ਹੁੰਦੇ ਆ ਜਿਹੜੇ ਉਹ ਸੌਦਾਗਰ ਦੀ ਤਰ੍ਹਾਂ ਬਾਹਰ ਖੜੇ ਰਹਿੰਦੇ ਆ, ਜਿਹੜੇ ਕਹਿੰਦੇ ਵੀ ਜਦੋਂ ਢੋਲ ਵੱਜੇਗਾ ਜਹਾਜ਼ ਤੇ ਚੜ੍ਹ ਜਾਵਾਂਗੇ। ਇਹ ਉਹ ਲੋਕ ਹੁੰਦੇ ਆ ਜਿਹੜੇ ਬਾਹਰ ਖੜੇ ਰਹਿੰਦੇ ਆ, ਧਿਆਨ ਦਿੰਦੇ ਰਹਿੰਦੇ ਆ ਵੀ ਜਦੋਂ ਜਹਾਜ਼ ਚੱਲੇਗਾ ਉਦੋਂ ਚੜ੍ਹ ਜਾਵਾਂਗੇ, ਤੇ ਜਦੋਂ ਸਮਾਂ ਆਏਗਾ ਉਦੋਂ ਅੰਮ੍ਰਿਤ ਛਕ ਲਾਂਗੇ, ਜਦੋਂ ਸਮਾਂ ਆਏਗਾ ਕੀਰਤਨ ਸੁਣ ਲਾਂਗੇ, ਜਦੋਂ ਸਮਾਂ ਆਏਗਾ ਬਾਣੀ ਪੜ੍ਹ ਲਾਂਗੇ, ਜਦ ਇਹਦੀ ਜਵਾਨੀ ਹੈ ਜਦੋਂ ਬੁਢੇਪਾ ਆਵੇਗਾ ਉਦੋਂ ਨਾਮ ਜਪ ਲਾਂਗੇ। ਕੁਛ ਇਸ ਤਰ੍ਹਾਂ ਦੇ ਹੁੰਦੇ ਆ। ਪਾਤਸ਼ਾਹ ਕਹਿੰਦੇ ਫਿਰ ਮੌਤ ਆ ਜਾਂਦੀ ਆ ਤੇ ਉਹ ਉੱਥੇ ਦੇ ਉੱਥੇ ਖੜੇ ਮਰ ਜਾਂਦੇ ਆ, ਉਦਾਂ ਦੇ ਉਦਾਂ ਚਲੇ ਜਾਂਦੇ। ਤੇ ਸਤਿਗੁਰੂ ਕਹਿੰਦੇ ਦੂਸਰੇ ਜਿਹੜੇ ਉਦਮ ਕਰਦੇ ਆ ਉਹ ਉਦਮ ਦੇ ਨਾਲ ਜਹਾਜ਼ ਤੇ ਚੜ੍ਹ ਜਾਂਦੇ ਆ, ਭਾਵ ਨਾਮ ਜਪਦੇ ਆ, ਸਿਮਰਨ ਕਰਦੇ ਆ, ਤੇ ਫਿਰ ਭਾਵੇਂ ਉਹ ਸੌਂ ਵੀ ਜਾਣ, ਫਿਰ ਭਾਵੇਂ ਉਹ ਸੌਂ ਵੀ ਜਾਣ, ਪਰ ਕਿਤੇ ਨਾ ਕਿਤੇ ਗੁਰੂ ਉਹਨਾਂ ਨੂੰ ਆਵਾਜ਼ ਮਾਰ ਕੇ ਉਠਾਲ ਕੇ ਉਹਨਾਂ ਨੂੰ ਨਾਮ ਬਖਸ਼ਿਸ਼ ਕਰ ਦਿੰਦਾ ਕਿ ਭਾਈ ਉੱਠ ਤੇ ਤੈਨੂੰ ਹੁਣ ਦਾਤ ਦਈਏ ਨਾਮ ਦੀ, ਤੂੰ ਉਦਮ ਕੀਤਾ ਹੈ, ਤੂੰ ਨਾਮ ਦੇ ਜਹਾਜ਼ ਤੇ ਚੜ੍ਹਿਆ ਹੈ, ਤੂੰ ਸੰਗਤ ਵਿੱਚ ਆਇਆ ਹੈ, ਤੇ ਤੈਨੂੰ ਇੱਥੋਂ ਵੀ ਦਾਤ ਮਿਲੇਗੀ। ਜੇ ਤੂੰ ਘਰ ਜਾ ਕੇ ਸੌਂ ਜਾਵੇਂਗਾ ਤਾਂ ਵੀ ਤੈਨੂੰ ਦਾਤ ਮਿਲੇਗੀ। ਸੋ ਸਤਿਗੁਰਾਂ ਨੇ ਕਿਹਾ ਉਹ ਸੌਣ ਵਾਲਿਆਂ ਦੀ ਗੱਲ ਕੀਤੀ ਹੈ ਜਿਹੜੇ ਸੰਗਤ ਵੀ ਕਰਦੇ ਆ, ਸੰਗਤ ਕਰਨ ਦੇ ਨਾਲ ਭਾਵੇਂ ਸੌਂ ਵੀ ਜਾਣ ਤਾਂ ਵੀ ਗੁਰੂ ਉਹਨਾਂ ਦੇ ਉੱਤੇ ਕਿਰਪਾ ਕਰਦਾ, ਉਹਨਾਂ ਨੂੰ ਉਠਾਲ ਦਿੰਦਾ ਹੈ। ਤੇ ਪਰ ਜਿਹੜੇ ਲਾਗੇ ਖੜ ਕੇ ਕਹੀ ਜਾਣ ਕੇ ਜਦੋਂ ਗੁਰੂ ਕਿਰਪਾ ਕਰੇਗਾ ਉਦੋਂ ਅੰਮ੍ਰਿਤ ਛਕ ਲਾਂਗੇ, ਜਦੋਂ ਗੁਰੂ ਕਿਰਪਾ ਕਰੇਗਾ ਉਦੋਂ ਨਾਮ ਜਪ ਲਾਂਗੇ, ਜਦੋਂ ਗੁਰੂ ਕਿਰਪਾ, ਇਹੋ ਜਿਹੇ ਸਾਡੇ ਸਵਾਲ ਹੁੰਦੇ ਆ ਨਾ। ਤੇ ਸਤਿਗੁਰੂ ਕਹਿੰਦੇ ਭਾਈ ਜਿਹੜੇ ਇਸ ਤਰ੍ਹਾਂ ਉਦਮ ਕਰਦੇ ਹੀ ਨਹੀਂ, ਬਿਲਕੁਲ ਬੈਠੇ ਰਹਿੰਦੇ ਆ, ਤੇ ਉਹ ਫਿਰ ਇਸੇ ਤਰ੍ਹਾਂ ਹੀ ਲੁੱਟੇ ਜਾਂਦੇ ਆ। ਉਹਨਾਂ ਦਾ ਜੀਵਨ ਦਾ ਹਾਲ ਇਹ ਹੁੰਦਾ। ਪਰ ਜਿਹੜੇ ਥੋੜਾ ਜਿਹਾ ਵੀ ਯਤਨ ਕਰਕੇ ਕਿਤੇ ਜਹਾਜ਼ ਦੇ ਉੱਤੇ ਚੜ੍ਹ ਕੇ ਭਾਵੇਂ ਉੱਤੇ ਜਾ ਕੇ ਸੌਂ ਹੀ ਜਾਣ, ਭਾਵੇਂ ਉਹ ਨਾਮ ਘੱਟ ਹੀ ਜਪਣ, ਪਰ ਕਿਤੇ ਨਾ ਕਿਤੇ ਉਹਨਾਂ ਦਾ ਜਪਿਆ ਜਿਹੜਾ ਉਹ ਵੀ ਪ੍ਰਮਾਣ ਹੋ ਜਾਂਦਾ। ਇਸ ਕਰਕੇ ਸਿੱਖੋ, ਪਰਮੇਸ਼ਰ ਜਿਹੜਾ ਸੁੱਤਿਆਂ ਨੂੰ ਵੀ ਜਗਾ ਕੇ ਨਾਮ ਦੇ ਦਿੰਦਾ, ਪਰ ਥੋੜਾ ਜਿਹਾ ਉਦਮ ਮਨੁੱਖ ਨੂੰ ਆਪ ਕਰਨਾ ਪੈਂਦਾ ਹੈ। ਸੋ ਇਸ ਤਰ੍ਹਾਂ ਸਤਿਗੁਰਾਂ ਨੇ ਇਹਨਾਂ ਨੂੰ ਜਿਹੜਾ ਹੈ ਉਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਭਾਈ ਇਸ ਤਰ੍ਹਾਂ ਜਿਹੜੇ ਵਰਤਦੇ ਹਨ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਤੁਸੀਂ ਵੀ ਇਸ ਤਰ੍ਹਾਂ ਨਾਮ ਨੂੰ ਜਪੋ, ਇਸ ਤਰ੍ਹਾਂ ਆਪਣੇ ਜੀਵਨ ਨੂੰ ਕਮਾਓ ਤੇ ਤੁਹਾਡਾ ਵੀ ਜੀਵਨ ਜਿਹੜਾ ਹੈ ਉਹ ਚੜ੍ਹਦੀ ਕਲਾ ਵਾਲਾ ਹੋਵੇ। ਸੋ ਅਗਲੇ ਸਿੱਖ ਹਨ ਭਾਈ ਫਿਰਨਾ ਸ਼ੈਲ, ਜੇਠਾ ਤੇ ਭਾਈ ਚੰਗਾ। ਸਤਿਗੁਰਾਂ ਦੇ ਹਜ਼ੂਰ ਆਏ ਆ, ਸਵਾਲ ਕੀਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਸਾਡੀ ਬੇਨਤੀ ਇਹ ਹੈ ਕਿ ਕੋਈ ਰਾਮ ਦਾ ਨਾਮ ਜਪਦਾ ਹੈ, ਕੋਈ ਕ੍ਰਿਸ਼ਨ ਦਾ ਨਾਮ ਜਪਦਾ ਹੈ, ਕੋਈ ਓੰਗ ਜਪਦਾ ਹੈ, ਕੋਈ ਸੋਹੰਗ ਜਪਦਾ ਹੈ, ਤੇ ਤੁਹਾਡਾ ਸਾਨੂੰ ਬਚਨ ਹੈ ਕਿ ਵਾਹਿਗੁਰੂ ਜਪਣਾ ਹੈ। ਕਿਰਪਾ ਕਰਕੇ ਸਾਨੂੰ ਬਚਨ ਜਿਹੜਾ ਹੈ ਨਾ, ਕਿਰਪਾ ਕਰਕੇ ਸਾਨੂੰ ਇਹ ਸਮਝਾਓ ਕਿ ਕਿਹੜਾ ਨਾਮ ਜਪਣਾ ਚਾਹੀਦਾ ਹੈ। ਤੁਸੀਂ ਵਾਹਿਗੁਰੂ ਦਾ ਨਾਮ ਕਿਉਂ ਜਪਣ ਲਈ ਕਿਹਾ ਹੈ ਸਾਨੂੰ, ਜਦੋਂ ਕਿ ਕ੍ਰਿਸ਼ਨ, ਰਾਮ, ਓੰਗ ਹੋਰ ਕਈ ਤਰ੍ਹਾਂ ਦੇ ਨਾਮ ਹਨ, ਪਰ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਆਪ ਜੀ ਨੇ ਕਿਉਂ ਕਿਹਾ? ਤੇ ਸਤਿਗੁਰਾਂ ਨੇ ਬਚਨ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਸਤਿਗੁਰੂ ਕਹਿੰਦੇ ਆ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਨਦੀ ਹੈ। ਇਸ ਨਦੀ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਸ਼ਤੀਆਂ ਲੱਗੀਆਂ, ਜਿਹੜੀ ਵੀ ਕਿਸ਼ਤੀ ਤੇ ਚੜ੍ਹ ਜਾਓਗੇ ਉਹ ਤੁਹਾਨੂੰ ਪਾਰ ਲਗਾ ਦੇਵੇਗੀ। ਜਿਹੜੀ ਵੀ ਕਿਸ਼ਤੀ ਤੇ ਚੜ੍ਹ ਜਾਓਗੇ ਉਹ ਤੁਹਾਨੂੰ ਪਾਰ ਲਗਾ ਦੇਵੇਗੀ। ਪਰ ਸਤਿਗੁਰੂ ਕਹਿੰਦੇ ਆ ਕਿ ਉਸ ਕੁਰਸੀ ਦੇ ਉੱਤੇ ਵਾਹਿਗੁਰੂ ਉਸ ਬੇੜੀ ਤੇ ਚੜ੍ਹ ਕੇ ਤੁਹਾਡਾ ਪ੍ਰਯੋਜਨ ਪਾਰ ਹੋਣ ਦਾ ਹੈ, ਤੇ ਜਿਹੜਾ ਵੀ ਉਹਦੇ ਉੱਤੇ ਚੜ੍ਹੇਗਾ ਉਹ ਪਾਰ ਹੋਵੇਗਾ। ਪਰ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਸਿੱਖਾਂ ਦੇ ਉਧਾਰ ਵਾਸਤੇ ਸ਼ਬਦ ਜਿਹੜਾ ਹੈ ਨਾ ਉਹ ਦਿੱਤਾ ਹੈ ਵਾਹਿਗੁਰੂ। ਪਰ ਸਿੱਖ ਦੇ ਵਾਸਤੇ ਵਾਹਿਗੁਰੂ ਜਪਣਾ ਜ਼ਰੂਰੀ ਹੈ। ਪਾਤਸ਼ਾਹ ਕਿਉਂ ਜ਼ਰੂਰੀ ਹੈ ਵਾਹਿਗੁਰੂ ਦਾ, ਸਾਨੂੰ ਦੱਸੋ ਵੀ ਵਾਹਿਗੁਰੂ ਹੀ ਕਿਉਂ ਜਪਣਾ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ, ਸੱਚੇ ਪਾਤਸ਼ਾਹ ਨੇ
परमेश्वर का नाम है एक वासुदेव। उस वासुदेव का नाम जिहड़ा है ना 9 युग जप के तुहानू प्राप्त होता है। वासुदेव परमेश्वर का नाम। ते फिर हाहा जिहड़ा हरि तो लिता है, हरि का नाम। ते ये सतगुरां ने 9 युग जप के ते हाहा तुहानू दिता है। ते फिर परमेश्वर का नाम गोबिंद है, ते गोबिंद जप के उहदे विचों गग्गा लिया है। ते फिर परमेश्वर का नाम राम है, राम जप के 9 युग परमेश्वर का रारा लिया है नाम चो। सो ये 4 युगां का जिहड़ा नाम है ना उहदे विचों शब्द बनिया है वाहिगुरु। ते 36 युगां का फल उस सिख नूं मिलदा जिहड़ा वाहिगुरु जपदा। 36 युगां का हर युग दे विच वख-वख तरह लोग नाम जपदे सन, पर जिहड़ा वाहिगुरु जपण वाला है वो 36 युगां का फल उहनूं प्राप्त हुंदा। उहदा जन्म मरण कटिया जांदा है जिहड़ा गुरसिख वाहिगुरु जपदा। इस करके सिखो भला इहदे विच ही है कि नाम जपो, वाहिगुरु जपो, जो गुरु का हुक्म है, जो गुरु नानक साहब ने कहा कि भाई सिख दे वास्ते वाहिगुरु जपना जरूरी है। ते तुसीं भी वाहिगुरु जपो ते तुहाडा कल्याण होवे। सो साध संगत अगली साखी है भाई वेसा, भाई गोपी ते भाई तुलसिया। ये ब्राह्मण सन भारद्वाज जाति के। ये सतगुरां दे हजूर आए आ, गुरु अर्जन देव महाराज पातशाह दे ते अरदास कीती। ब्राह्मण सन, पढ़न वाले सन, गुरबाणी भी। सवाल किया है सतगुरां नूं, गुरु अर्जन देव महाराज सच्चे पातशाह नूं। ते मैं दस देवां ये 2 शब्द हन वाहिगुरु भगत नामदेव जी दे। ਇਹਦੇ ਵਿੱਚ ਇੱਕ ਪੰਕਤੀ ਉਹਨਾਂ ਲਈ ਹੈ ਗੋਂਡ ਰਾਗ ਦੇ ਵਿੱਚੋਂ, ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਇਹਦਾ ਅਰਥ ਹੈ ਕਿ हे ਪੰਡਤ ਤੇਰਾ ਰਾਮਚੰਦਰ ਵੀ ਅਸੀਂ ਆਇਆ ਵੇਖਿਆ ਜਗਤ ਦੇ ਵਿੱਚ, ਉਹਦੀ ਵੀ ਘਰ ਵਾਲੀ ਜਿਹੜੀ ਸੀ ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ ਸੀ, ਤੇ ਉਹ ਵੀ ਜਿਹੜਾ ਰਾਵਣ ਦੇ ਨਾਲ ਲੜ ਕੇ ਤੇ ਆਪਣਾ ਜੀਵਨ ਇਦਾਂ ਹੀ ਗਵਾ ਗਿਆ। पांडे तुमरा रामचंद सो भी आवत देखिया था, रावण सेती सरबर होई घर की जोए गवाई थी। ਇਹਦਾ अंग आप जी नोट कर लो, 875 अंग है। ਤੇ ਜੇ ਕੋਈ ਗੁਰਸਿੱਖ ਪੜ੍ਹਨਾ ਚਾਹਵੇ ਇਸ ਸ਼ਬਦ ਨੂੰ ਤੇ ਆਪ ਜੀ ਨੋਟ ਕਰਕੇ ਰੱਖ ਸਕਦੇ ਹੋ। 875 ਅੰਗ ਤੇ ਗੋਂਡ ਰਾਗ ਦੇ ਵਿੱਚ ਇਹ ਸ਼ਬਦ ਹੈ ਭਗਤ ਨਾਮਦੇਵ ਜੀ ਦਾ। ਦੂਸਰੀ ਪੰਕਤੀ ਉਹਨਾਂ ਕਹੀ ਹੈ जसरथ राय नंद राजा मेरा रामचंद, प्रणवै नामा तत् अमृत पीजै। दशरथ राय नंद दशरथ का पुत्र सी, राम राजा मेरा रामचंद रामचंद्र दी दशरथ दे पुत्र सन। प्रणवै नामा तत् अमृत पीजै के रामा भाव नामा भाव नामदेव जी ये अमृत जिहड़ा नाम है वो पीते हैं। सो ये 2 पंक्तियां की गल, ये शब्द जिहड़ा है 973 अंग ते है। नोट कर लो, पढ़ सकते हो आप। पहला शब्द है 875 अंग ते, दूसरा है 973 अंग ते। मैं क्योंकि पंक्तियां ही लवांगा, पूरे शब्द की विचार कर लगे समा बधेरे हो जाना, इस करके आप जी विचार पढ़ सकते हो। पहला शब्द 975 ते, दूसरा पहला 875 ते, दूसरा 973 अंग दे उत्ते। सो इन्होंने सवाल किया कि महाराज पहली पंक्ति दे विच भगत नामदेव जी जिहड़ा है वो अवतार की निंदिया करते हैं रामचंद्र जी की। ब्राह्मण सन ने रामचंद्र जी की निंदिया करते पे आ। फिर दूसरी पंक्ति जिहड़ी है वो सानू इंज लगदा कि जिवें वो रामचंद्र जी की उपमा करते होण। जसरथ राय नंद राजा मेरा रामचंद, प्रणवै नामा तत् रस अमृत पीजै। महाराज ਇਹਦੇ ਵਿੱਚ ਸਾਨੂੰ ਲੱਗਦਾ ਉਪਮਾ ਕੀਤੀ ਹੈ ਜਿਵੇਂ। ਤੇ ਇਹ ਕਿਵੇਂ ਹੋ ਸਕਦਾ ਕਿ ਭਗਤ ਨਾਮਦੇਵ ਜੀ ਇੱਕ ਪਾਸੇ ਅਵਤਾਰਵਾਦ ਦੀ ਭਾਵ ਰਾਮਚੰਦਰ ਜੀ ਦੀ ਵਡਿਆਈ ਕਰੀ ਜਾਣ, ਇੱਕ ਪਾਸੇ ਉਹਨਾਂ ਨੂੰ ਮਾੜਾ ਕਹੀ ਜਾਣ, ਇਹ ਕਿਵੇਂ ਹੋ ਸਕਦਾ? ਇਹਨੂੰ ਥੋੜਾ ਜਿਹਾ ਸਾਨੂੰ ਸਮਝਾਓ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਸਵਾਲ ਨੂੰ ਲੈ ਕੇ, ਇਹਨਾਂ ਪੰਡਤ ਸਿੱਖਾਂ ਦੇ ਸਵਾਲ ਨੂੰ ਲੈ ਕੇ ਕਿ ਭਾਈ ਉਹ ਜੋ ਇੱਕ ਸਰਗੁਣ ਹੈ ਨਾ ਉਹਦੀ ਉਪਾਸਨਾ ਕਰਦਾ ਹੈ ਕੋਈ ਉਸ ਨਿਰਗੁਣ ਦੀ ਉਪਾਸਨਾ ਕਰਦਾ ਹੈ। ਜਿਵੇਂ ਸਮੁੰਦਰ ਹੁੰਦਾ ਹੈ ਤੇ ਸਮੁੰਦਰ ਦੇ ਵਿੱਚ ਕਈ ਨਦੀਆਂ ਆ ਕੇ ਰਲਦੀਆਂ, ਉਸੇ ਤਰ੍ਹਾਂ ਇਹ ਅਵਤਾਰ ਹੋਏ ਆ ਜਿਹੜੇ ਵੱਖ-ਵੱਖ ਨਦੀਆਂ ਹਨ ਪਰ ਜਾਂਦੇ ਸਾਰੇ ਕਿੱਥੇ ਹਨ? ਸਮੁੰਦਰ ਦੇ ਵਿੱਚ ਹੀ ਲੀਨ ਹੋਣ। ਇਸੇ ਤਰ੍ਹਾਂ ਇਹ ਸਾਰੇ ਜਿਹੜੇ ਵੀ ਅਵਤਾਰ ਹੋਏ ਆ ਨਾ ਇਹ ਪਰਮੇਸ਼ਰ ਦੇ ਭਾਵੇਂ ਕਿ ਰੂਪ ਹੀ ਹੋਏ ਹਨ।
ਇਹ ਸਾਰੇ ਹੀ ਜਾ ਕੇ ਉਹਨਾਂ ਨਦੀਆਂ ਦੇ ਵਿੱਚ ਰਲ ਜਾਂਦੇ ਆ। ਤੇ ਇੱਕ ਪਰਮੇਸ਼ਰ ਜਿਹੜਾ ਹੈ ਨਾ ਉਹ ਹੈ ਸਤ ਚਿੱਤ ਆਨੰਦ, ਜਿਹੜਾ ਸਦੀਵੀ ਹੈ ਤੇ ਜਿਹਦੀ ਸਤਾ ਜਿਹੜੀ ਕਾਇਮ ਹੈ। ਤੇ ਪਹਿਲਾ ਸ਼ਬਦ ਜਿਹੜਾ ਹੈ ਨਾ ਉਹ ਤਾਂ ਕਰਕੇ ਭਗਤ ਨਾਮਦੇਵ ਜੀ ਨੇ ਕਿਹਾ ਕਿ ਉਹਦੇ ਅੱਗੇ ਪਾਂਡਾ ਸ਼ਬਦ ਲਿਖਿਆ, ਪੰਡਤਾਂ ਨੂੰ ਕਿਹਾ। ਕਿਉਂ? ਕਿਉਂਕਿ ਪੰਡਤ ਲੋਕ ਕੀ ਕਰਦੇ ਸਨ, ਉਹ ਰਾਮਚੰਦਰ ਨੂੰ ਪੂਜਦੇ ਸਨ, ਪਰ ਦੁਨੀਆ ਦੇ ਜਿਹੜੇ ਲੋਕ ਸਨ ਉਹਨਾਂ ਦੇ ਨਾਲ ਨਫ਼ਰਤ ਕਰਦੇ ਸਨ। ਸਤਿਗੁਰਾਂ ਨੇ ਕਿਹਾ ਕਿ ਭਾਈ ਉਹ ਰਾਮਚੰਦਰ ਦੀ ਮੂਰਤੀ ਨੂੰ ਪੂਜਦੇ ਸੀ, ਰਾਮਚੰਦਰ ਨੂੰ ਬੜਾ ਵਡਿਆਉਂਦੇ ਸੀ, ਪਰ ਉਹ ਜਿਹੜਾ ਰਾਮ ਸਾਰਿਆਂ ਦੇ ਹਿਰਦੇ ਵਿੱਚ ਵਸ ਰਿਹਾ ਸੀ, ਉਹਨਾਂ ਲੋਕਾਂ ਦੇ ਨਾਲ ਘਿਰਣਾ ਕਰਦੇ ਸੀ। ਘਿਰਣਾ ਕਿਉਂ ਕਰਦੇ ਸੀ? ਕਿਉਂਕਿ ਵੱਖ-ਵੱਖ ਜਾਤਾਂ ਬਣੀਆਂ ਹੋਈ ਸਨ, ਵਰਨ ਬਣੇ ਹੋਏ ਸਨ। ਸਤਿਗੁਰ ਕਹਿੰਦੇ ਭਾਈ ਉਹ ਘਿਰਣਾ ਕਰਦੇ ਸੀ ਲੋਕਾਂ ਦੇ ਨਾਲ, ਸੰਸਾਰ ਦੇ ਲੋਕਾਂ ਦੇ ਨਾਲ। ਕਿਉਂਕਿ ਭਗਤ ਨਾਮਦੇਵ ਜੀ ਸ਼ਿੰਬੇ ਸਨ, ਇਹਨਾਂ ਦੇ ਨਾਲ ਵੀ ਉਹ ਨਿੰਦਿਆ ਕਰਦੇ ਸੀ, ਇਹਨਾਂ ਦੀ ਵੀ। ਤੇ ਜਦੋਂ ਅਜਿਹੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਸਨ ਤੇ ਨਾਲੇ ਉਹ ਪਰਮੇਸ਼ਵਰ ਤੇ ਸਾਰਿਆਂ ਦੇ ਹਿਰਦੇ ਵਿੱਚ ਹੈ, ਪਰ ਉਹ ਹਿਰਦੇ ਵਿੱਚ ਉਸ ਰਾਮ ਨੂੰ ਲੱਭਣ ਦੀ ਜਗ੍ਹਾ ਉਸ ਮੂਰਤੀ ਚੋਂ ਰਾਮ ਲੱਭਦੇ ਸਨ। ਇਸ ਕਰਕੇ ਭਗਤ ਨਾਮਦੇਵ ਜੀ ਨੇ ਕਿਹਾ ਕਿ ਭਾਈ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਤਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ। ਕਿ ਤੁਹਾਡਾ ਰਾਮਚੰਦ ਵੀ ਆਪਣੀ ਘਰ ਦੀ ਦੇ ਪਿਛੇ ਲੜਦਾ ਰਿਹਾ, ਉਹਦੀ ਵੀ ਘਰ ਦੀ ਜਿਹੜੀ ਆ ਉਹ ਛੱਡ ਕੇ ਚਲੀ ਗਈ, ਰਾਵਣ ਚੁੱਕ ਕੇ ਲੈ ਗਿਆ। ਤੇ ਇਹ ਪੰਡਤਾਂ ਨੂੰ ਤਾਂ ਉਪਦੇਸ਼ ਦਿੱਤਾ ਸੀ, ਕਿਉਂ? ਕਿਉਂਕਿ ਪੰਡਤ ਜਿਹੜੇ ਸੀ ਉਹ ਸਰਗੁਣ ਪਰਮੇਸ਼ਰ ਰਾਮ ਨੂੰ ਤੇ ਪੂਜਦੇ ਸੀ, ਪਰ ਜਿਹੜਾ ਪਰਮੇਸ਼ਰ ਰਾਮ ਸਾਰਿਆਂ ਦੇ ਵਿੱਚ ਵਸਣ ਵਾਲਾ ਸੀ ਉਹਨਾਂ ਦੇ ਨਾਲ ਉਹ ਧੱਕਾ ਕਰਦੇ ਸੀ, ਉਹਨਾਂ ਨੂੰ ਮਾੜਾ ਕਹਿੰਦੇ ਸੀ। ਫਿਰ ਜਿਹੜੀ ਤੁਸੀਂ ਦੂਸਰੀ ਗੱਲ ਕਹਿੰਦੇ ਹੋ ਜਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਇਹਦੇ ਬਾਰੇ ਸਤਿਗੁਰਾਂ ਨੇ ਕਿਹਾ, ਗੁਰੂ ਅਰਜਨ ਦੇਵ ਮਹਾਰਾਜ ਨੇ। ਸਤਿਗੁਰ ਕਹਿੰਦੇ ਇੱਥੇ ਜਿਹੜੀ ਗੱਲ ਹੈ ਨਾ, ਭਗਤ ਨਾਮਦੇਵ ਜੀ ਨੇ ਰਾਮਚੰਦ ਦੀ ਨਹੀਂ ਕੀਤੀ, ਸਗੋਂ ਉਸ ਰਾਮਚੰਦ ਦੇ ਹਿਰਦੇ 'ਚ ਵਸਣ ਵਾਲੇ ਪਰਮੇਸ਼ਰ ਰਾਮ ਦੀ ਗੱਲ ਕੀਤੀ ਹੈ। ਕਿ ਉਹ ਜਿਹੜਾ ਪਰਮੇਸ਼ਰ, ਜਿਹੜਾ ਰਾਮਚੰਦ ਦਸ਼ਰਥ ਦੇ ਵਿੱਚ ਵਸਣ ਵਾਲਾ ਸੀ, ਉਸ ਪਰਮੇਸ਼ਰ ਦਾ ਤਤ ਅੰਮ੍ਰਿਤ ਪੀਜੈ, ਉਸ ਪਰਮੇਸ਼ਰ ਦਾ ਨਾਮ ਜਿਹੜਾ ਅੰਮ੍ਰਿਤ ਰੂਪੀ ਹੈ ਨਾ, ਉਹ ਮੈਂ ਪੀ ਰਿਹਾ। ਕਹਿੰਦੇ ਠੀਕ ਹੈ ਮਹਾਰਾਜ ਸੱਚੇ ਪਾਤਸ਼ਾਹ, ਗੱਲ ਸਮਝ ਜਾਈ। ਫਿਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਸਤਿਗੁਰ ਕਹਿੰਦੇ ਦੋ ਤਰ੍ਹਾਂ ਦੇ ਉਪਾਸ਼ਕ ਹੁੰਦੇ ਆ, ਪਹਿਲੇ ਅਲੱਖ ਦੇ ਉਪਾਸ਼ਕ ਹੁੰਦੇ ਆ ਤੇ ਦੂਸਰੇ ਵਾਚ ਦੇ ਉਪਾਸ਼ਕ ਹੁੰਦੇ ਆ। ਅਲੱਖ ਦੇ ਜਿਹੜੇ ਉਪਾਸ਼ਕ ਹੁੰਦੇ ਆ ਪਰਮੇਸ਼ਰ ਨੂੰ ਜਾਣਦੇ ਆ ਕਿ ਉਹ ਪਰਮੇਸ਼ਰ ਅਲੱਖ ਹੈ, ਜਿਹੜਾ ਲਖਿਆ ਨਹੀਂ ਜਾ ਸਕਦਾ। ਉਹ ਉਹਦੀ ਪਰਮੇਸ਼ਰ ਦੀ ਭਗਤੀ ਕਰਦੇ ਆ, ਉਹਨੂੰ ਯਾਦ ਕਰਦੇ ਆ, ਸਿਮਰਨ ਕਰਦੇ ਆ। ਤੇ ਦੂਸਰੇ ਜਿਹੜੇ ਹੁੰਦੇ ਆ ਵਾਚ ਦੇ ਉਪਾਸ਼ਕ ਹੁੰਦੇ ਆ। ਵਾਚ ਦੇ ਉਪਾਸ਼ਕ ਕਿਹੜੇ ਹੁੰਦੇ ਆ? ਜਿਵੇਂ ਕ੍ਰਿਸ਼ਨ ਦੇ ਉਪਾਸ਼ਕ ਹੋ ਗਏ, ਰਾਮ ਦੇ ਉਪਾਸ਼ਕ ਹੋ ਗਏ। ਤੇ ਸਤਿਗੁਰੂ ਕਹਿੰਦੇ ਕਿ ਜਿਹੜੇ ਕ੍ਰਿਸ਼ਨ ਦੇ ਉਪਾਸ਼ਕ ਹੁੰਦੇ ਆ, ਭਾਵ ਕ੍ਰਿਸ਼ਨ ਨੂੰ ਮੰਨਣ ਵਾਲੇ ਹੁੰਦੇ ਆ, ਉਹ ਰਾਮ ਨੂੰ ਮੰਨਣ ਵਾਲਿਆਂ ਦੇ ਨਾਲ ਘਿਰਣਾ ਕਰਦੇ ਆ, ਉਹਨਾਂ ਨੂੰ ਮਾੜਾ ਕਹਿੰਦੇ ਆ। ਤੇ ਜਿਹੜੇ ਰਾਮ ਨੂੰ ਮੰਨਣ ਵਾਲੇ ਉਹ ਕ੍ਰਿਸ਼ਨ ਵਾਲਿਆਂ ਨੇ ਘਿਰਣਾ ਕਰਦੇ ਆ। ਇਸ ਕਰਕੇ ਗੁਰਸਿੱਖੋ, ਤੁਸੀਂ ਇਸ ਰਾਮ ਤੇ ਕ੍ਰਿਸ਼ਨ ਦੇ ਚੱਕਰ ਚੋਂ ਨਿਕਲੋ, ਇੱਧਰ ਨਾ ਜਾਓ। ਤੁਸੀਂ ਲੱਖ ਦੇ ਉਪਾਸ਼ਕ ਬਣੋ, ਜਿਹੜਾ ਅਲੱਖਿਆ, ਜਿਹੜਾ ਲਖਿਆ ਨਹੀਂ ਜਾ ਸਕਦਾ ਪਰਮੇਸ਼ਰ, ਉਸ ਨਿਰੰਕਾਰ ਦੇ ਉਪਾਸ਼ਕ ਹੋਗੇ ਤੇ ਤੁਹਾਡੀ ਕਲਿਆਣ ਹੋਵੇਗੀ। ਜੇ ਤੁਸੀਂ ਇਸ ਤਰ੍ਹਾਂ ਰਾਮ ਤੇ ਕ੍ਰਿਸ਼ਨ ਦੇ ਉਪਾਸ਼ਕ ਹੋਗੇ, ਫਿਰ ਤੁਸੀਂ ਵੀ ਲੋਕਾਂ ਦੇ ਨਾਲ ਘਿਰਣਾ ਕਰੋਗੇ, ਸਿਰਫ ਤੇ ਰਾਮ ਦੇ ਇੱਕ ਦੇ ਉਪਾਸ਼ਕ ਬਣ ਕੇ ਰਹਿ ਜਾਓਗੇ, ਮੂਰਤੀ ਦੇ। ਜੇ ਤੁਸੀਂ ਉਸ ਪਰਮੇਸ਼ਰ ਦੇ ਉਪਾਸ਼ਕ ਬਣੋਗੇ ਤੇ ਤੁਹਾਨੂੰ ਰਾਮ, ਤੁਹਾਨੂੰ ਕ੍ਰਿਸ਼ਨ ਸਾਰਿਆਂ ਦੇ ਵਿੱਚ ਨਜ਼ਰ ਆਵੇਗਾ, ਜਿਵੇਂ ਭਗਤ ਨਾਮਦੇਵ ਜੀ ਨੂੰ ਨਜ਼ਰ ਆ ਰਿਹਾ ਸੀ ਸਾਰਿਆਂ ਦੇ ਅੰਦਰ। ਸੋ ਇਸ ਤਰ੍ਹਾਂ ਇਹਨਾਂ ਪੰਡਤ ਜਿਹੜੇ ਸਿੱਖ ਆਏ ਸਨ, ਉਹਨਾਂ ਦਾ ਕਲਿਆਣ ਹੋਇਆ। ਸੋ ਸਮਾਂ ਹੋ ਚੁੱਕਾ ਹੈ ਸਾਧ ਸੰਗਤ, ਅੱਜ ਇਸ ਜਿਹੜੀ ਸਮਾਪਤੀ ਹੋ ਗਈ ਹੈ 20ਵੀਂ ਪੌੜੀ ਦੀ। ਕੱਲ ਨੂੰ 21ਵੀਂ ਪੌੜੀ ਜਿਹੜੀ ਉਹ ਚੱਲਣੀ ਹੈ, ਉਹਦੇ ਵਿੱਚ ਵੀ ਬੜੇ ਸੁੰਦਰ ਸਵਾਲ ਹਨ। ਸੁਲਤਾਨਪੁਰੀਏ ਸਿੱਖਾਂ ਦਾ ਜ਼ਿਕਰ ਹੈ ਇਹਦੇ ਵਿੱਚ। ਸੋ ਉਹ ਆਪਾਂ ਜਿਹੜਾ ਹੈ ਨਾ ਕੱਲ ਨੂੰ ਵਿਚਾਰਾਂਗੇ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਨੀਆਂ। ਸੋ ਜੇ ਆਪ ਜੀ ਨੇ ਕੁਝ ਪੁੱਛਣਾ ਹੈ ਤੇ ਦਾਸ ਆਪ ਜੀ ਦਾ ਜਿਹੜਾ ਮਾਈਕ ਹੈ ਔਨ ਕਰ ਦੇਵੇ। ਹਾਂਜੀ, ਜੇ ਕਿਸੇ ਨੇ ਆਪ ਜੀ ਨੇ ਵਿੱਚੋਂ ਕਿਸੇ ਨੇ ਕੋਈ ਸਵਾਲ ਕਰਨਾ ਹੈ ਤੇ ਮਾਈਕ ਔਨ ਕਰਕੇ ਆਪ ਜੀ ਪੁੱਛ ਸਕਦੇ ਹੋ। ਵਾਹਿਗੁਰੂ। ਹਾਂਜੀ ਸਾਧ ਸੰਗਤ, ਠੀਕ ਹੈ ਜੀ। ਆਪ ਜੀ ਨੂੰ ਬਹੁਤ ਵਧੀਆ ਤਰੀਕੇ ਨਾਲ ਲੱਗਦਾ ਸਮਝ ਆ ਰਹੀ ਹੈ। ਕਰਮਾਂ ਦੀ ਵਿਚਾਰ ਹੋਈ ਹੈ ਸਾਰੀ, ਜੋ ਵੀ ਵਿਚਾਰ ਹੈ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਧਿਆਨ ਦੇ ਨਾਲ ਸੁਣਦੇ ਹੋ। ਕਿਉਂਕਿ ਥੋੜਾ ਔਖਾ ਹੁੰਦਾ ਹੈ ਕਰਮਾਂ ਦੇ ਬਾਰੇ ਗੱਲ ਕਰਨੀ, ਜਾਂ ਇਹਨਾਂ ਫਿਲਾਸਫੀ ਵਾਲੀਆਂ ਗੱਲਾਂ ਬਾਰੇ ਗੱਲ ਕਰਨੀ। ਇਹ ਥੋੜਾ ਜਿਹਾ ਔਖਾ ਹੁੰਦਾ ਹੈ, ਆਮ ਸਮਝ 'ਚ ਨਹੀਂ ਆਉਣ ਵਾਲੀਆਂ ਗੱਲਾਂ।
ਪਰ ਫਿਰ ਵੀ ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਵਿਚਾਰਦੇ ਹਾਂ, ਜਦੋਂ ਅਸੀਂ ਬਾਣੀ ਨਾਲ ਜਾਂ ਵਿਚਾਰ ਦੇ ਨਾਲ ਜੁੜੇ ਰਹਿੰਦੇ ਹਾਂ ਨਾ, ਫਿਰ ਇਹ ਗੱਲਾਂ ਬਹੁਤ ਸੁਖੈਨ ਢੰਗ ਨਾਲ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ। ਦੇਖੋ ਹੁਣ ਕਰਮਾਂ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਉਹ ਗੱਲ ਅੱਗੇ ਚੱਲੀ ਹੈ, ਤੇ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਹਾਂ ਭਾਈ ਅਸੀਂ ਕਿੱਥੇ ਕੁ ਫਿਰਦੇ ਹਾਂ, ਅਸੀਂ ਕਿਹੜੇ ਕਰਮਾਂ ਦੇ ਅਧਿਕਾਰੀ ਹਾਂ, ਕਰਮਾਂ ਦੇ ਅਧਿਕਾਰੀ ਹਾਂ, ਉਪਾਸਨਾ ਦੇ ਅਧਿਕਾਰੀ ਹਾਂ, ਕਿ ਜਾਂ ਅਸੀਂ ਜਿਹੜਾ ਹੈ ਉਹ ਗਿਆਨ ਦੇ ਅਧਿਕਾਰੀ ਹਾਂ। ਪਤਾ ਲੱਗਦਾ ਹੈ ਨਾ ਸਾਨੂੰ ਆਪਣੇ ਜੀਵਨ 'ਚ, ਅਸੀਂ ਇਹ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਕਿੱਥੇ ਕੁ ਫਿਰਦੇ ਹਾਂ। ਸੋ ਇਹ ਸਤਿਗੁਰਾਂ ਨੇ ਬੜੀ ਸਾਡੇ ਉੱਤੇ ਰਹਿਮਤ ਕੀਤੀ, ਆਪ ਜੀ ਨੇ ਇਸੇ ਤਰ੍ਹਾਂ ਜੁੜਦੇ ਰਹਿਣਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸ਼ਾਮ ਦੀ ਕਲਾਸ ਵਿੱਚ ਵੀ ਆਪ ਜੀ ਨੇ ਜੁੜਨਾ, ਜਾਪ ਸਾਹਿਬ ਦੀ ਸੰਥਿਆ ਚੱਲ ਰਹੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ।